तुहारो तोरा। कीते को मेरा सम्मान करणहार तृण जान। तू दाता मांगन को सगली दान दे प्रभ भन। खिन मैं अवर खिन मैं अवरा अचरज चलत तुम्हारे। रूढ़ो गूढ़ो गहर गंभीरो ऊंचो अगम अपारे। साध संग जो तुम्हें मिलायो तो सुनी तुम्हारी बाणी। आनंद भया पेखत ही नानक प्रताप पुरख निर्वाणी। साध संग जो तुम्हें मिलायो तो सुनी तुम्हारी बाणी। आनंद भया पेखत ही नानक प्रताप पुरख निर्वाणी। अष्टम बलबीरा श्री हरकृष्ण ते आइए जिस डिठे सब दुख जाए। अठवें पातशाह धन धन साहिब श्री गुरु हरकृष्ण साहिब सच्चे पातशाह जी दे पावन पवित्र चरण छो प्राप्त स्थान गुरुद्वारा श्री बंगला साहिब जी विखे जुगो जुग अटल सतगुरु शब्द गुरु धन धन साहिब श्री गुरु ग्रंथ साहिब महाराज जी दी पावन पवित्र गोदा निगमान रही परम सत्कारयोग गुरु रूप गुरु खालसा साध संगत जी। निम्रता सहित गुरु फतेह प्रवान करो जी। वाहिगुरु जी का खालसा वाहिगुरु जी की फतेह। धनता योग हो। अमृत वेले दे दीवाना दियां हाजरियां भरदे होए गुरु का जस श्रवण करके अपने जीवन सफला कर रहे हो। गुरु के हजूरी कीर्तनिया ने रब्बी बाणी श्री आसा जी दी वार दे शब्द कीर्तन नाल सारियां नूं जोड़िया है। समा है लड़ीवार गुर शब्द दी विचार दा। शब्द आप जी नूं सत्कारयोग भाई साहब जी ने श्रवण करवाया है। गुरु नानक पातशाह महाराज जी दा पावन शब्द साहिब श्री गुरु ग्रंथ साहिब महाराज जी दे अंग 152 दे उत्ते सुशोभित है। मन बिरतियां दे एकाग्रता वास्ते आओ सारे मिल के रसना पवित्र करिए। उच्चारण करो जी सतनाम वाहिगुरु जी। सतनाम वाहिगुरु जी। गौड़ी महला पहला। जातो जाए कहाँ ते आवै कह उपजै कह जाए समावै। क्यों बांध्यो क्यों कीमत पावै क्यों अबनाशी सहज समावै। नाम हृदय अमृत मुख नाम नर हर नाम नर हर नह काम। गुरु नानक पातशाह महाराज जी पावन पवित्र शब्द राही जो उपदेश सतगुरु बख्शिश कर रहे ने कि जदों तक परमात्मा दा नाम साडे हिरदे विच नहीं वसदा, जिन्ना चिर असी शब्द नूं सुणदे नहीं, समझदे नहीं, मनदे नहीं, उन्ना चिर साडा मनुखा देही दे विच आउणा
ਸਫਲ ਨਹੀਂ ਹੋਏਗਾ। ਤੇ ਗੁਰਮਤਿ ਦਾ ਇਹ ਮੁੱਢਲਾ ਸਿਧਾਂਤ ਵੀ ਹੈ ਕਿ ਰੱਬ ਦੇ, ਪਰਮੇਸ਼ਰ ਦੇ ਸ਼ਬਦ ਨੂੰ ਸੁਣਨਾ, ਸਮਝਣਾ ਤੇ ਫਿਰ ਮੰਨ ਕੇ ਆਪਣੇ ਹਿਰਦੇ ਵਿੱਚ ਟਿਕਾਉਣਾ, ਫਿਰ ਪੂਰੇ ਸਿਦਕ ਭਰੋਸੇ ਨਾਲ ਇਸ ਸ਼ਬਦ ਦੇ ਉੱਤੇ ਪਹਿਰਾ ਦੇਣਾ, ਇਹਨੂੰ ਕਮਾਉਣਾ। ਇਹ ਸਾਡਾ ਗੁਰਮਤਿ ਦਾ ਮੁੱਢਲਾ ਸਿਧਾਂਤ ਹੈ। ਤੇ ਜਿਹੜੇ ਗੁਰੂ ਪਿਆਰੇ ਗੁਰਮੁਖ ਜਨ ਇਸ ਸਿਧਾਂਤ ਨੂੰ ਕਮਾਉਂਦੇ ਨੇ, ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਸਦਕੇ ਜਾਂਦਾ ਹਾਂ। ਕਹੈ ਸੁਣੈ ਜੋ ਮਾਨੈ ਨਾਉ, ਹਉ ਬਲਿਹਾਰੈ ਤਾਂ ਕਹਿ ਜਾਉ। ਗੁਰੂ ਸਾਹਿਬ ਕਹਿੰਦੇ ਜਿਹੜੇ ਸੁਣਦੇ ਨੇ, ਜਪਦੇ ਨੇ ਤੇ ਮੰਨਦੇ ਨੇ, ਉਹਨਾਂ ਤੋਂ ਮੈਂ ਸਦਾ ਬਲਿਹਾਰੇ, ਉਹਨਾਂ ਤੋਂ ਮੈਂ ਸਦਾ ਸਦਕੇ ਜਾਂਦਾ, ਜਿਨ੍ਹਾਂ ਦੇ ਅੰਦਰ ਇੱਕ ਤਾਂਘ ਪੈਦਾ ਹੋਈ ਹੈ ਕਿ ਅਸੀਂ ਗੁਰੂ ਤੱਕ ਪਹੁੰਚਣਾ ਹੈ, ਅਸੀਂ ਰੱਬ ਤੱਕ ਦਾ ਮਾਰਗ ਜਿਹੜਾ ਹੈ ਉਹ ਅਸੀਂ ਤੈਅ ਕਰਨਾ ਹੈ। ਜਿੰਨਾ ਚਿਰ ਅੰਦਰ ਸਿਦਕ ਭਰੋਸਾ ਸਾਡਾ ਨਹੀਂ ਬਣਿਆ, ਉਹਨਾਂ ਚਿਰ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕਾਂਗੇ। ਗੁਰੂ ਉੱਤੇ ਸਿਦਕ ਲਿਆਉਣਾ, ਭਰੋਸਾ ਲਿਆਉਣਾ, ਦ੍ਰਿੜ ਨਿਸ਼ਚੇ ਲਿਆਉਣਾ, ਤਾਂ ਕਿ ਅਸੀਂ ਆਪਣਾ ਮਨੁੱਖਾ ਜਨਮ ਜਿਹੜਾ ਹੈ ਉਹਨੂੰ ਸਫਲ ਕਰ ਸਕੀਏ, ਤਾਂ ਕਿ ਸਾਡੀ ਇਹ ਜੋ ਯਾਤਰਾ ਹੈ ਬੜੀ ਲੰਮੀ ਯਾਤਰਾ ਹੈ। ਗੁਰੂ ਸਾਹਿਬ ਨੇ ਇਸੇ ਕਰਕੇ ਬਾਣੀ ਵਿੱਚ ਕਿਹਾ ਹੈ ਕਿ ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਈ ਜੀਓ। ਬੜੀ ਲੰਮੀ ਵਾਟ ਹੈ। ਇਹਦਾ ਮਤਲਬ ਇਹ ਨਹੀਂ ਵੀ ਕੋਈ ਅਮਰੀਕਾ ਤੋਂ ਆਇਆ ਜਾਂ ਕੋਈ ਦੇਸ਼ ਦੇ ਦੂਸਰੇ ਕੋਨੇ ਚੋਂ ਆਇਆ ਹੈ, ਐਸਾ ਨਹੀਂ ਹੈ। ਇਹ ਲੰਮੀ ਵਾਟ ਕਿਹੜੀ ਹੈ? ਜਨਮ ਜਨਮ ਦੇ ਜਿਹੜੇ ਅਸੀਂ ਬਾਰ-ਬਾਰ ਜਨਮ ਲਏ ਨੇ, ਅਨੇਕਾਂ ਜਨਮਾਂ ਦੇ ਵਿੱਚੋਂ ਨਿਕਲ ਕੇ ਤੇ ਫਿਰ ਇਹ ਮਨੁੱਖਾ ਦੇਹੀ ਸਾਨੂੰ ਪ੍ਰਾਪਤ ਹੋਈ ਹੈ। ਇਹਨੂੰ ਅਸੀਂ ਸਫਲ ਕਰਨਾ ਹੈ। ਗੱਲ ਸਮਝ ਆ ਜਾਵੇ। ਗੁਰੂ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਪਹੁੰਚਿਆ ਹੈ। ਆ ਕੇ ਬੇਨਤੀ ਕੀਤੀ, ਸਤਿਗੁਰੂ ਦਸਮ ਪਾਤਸ਼ਾਹ ਜੀਓ, ਬੇਨਤੀ ਹੈ, ਸੰਸਾਰਕ ਜੀਵਨ ਤੋਂ ਬੜਾ ਮੈਂ ਅੱਕ ਚੁੱਕਿਆ, ਸੰਸਾਰਕ ਜੀਵਨ ਤੋਂ ਬਹੁਤ ਮੈਂ ਪਰੇਸ਼ਾਨ ਹੋ ਚੁੱਕਿਆ, ਆਪ ਕਿਰਪਾ ਕਰੋ ਤੇ ਅਧਿਆਤਮਕ ਜੀਵਨ ਦੀ ਦਾਤ ਬਖਸ਼ੋ। ਅੱਗੋਂ ਗੁਰੂ ਸਾਹਿਬ ਜੀ ਨੇ ਜੋ ਬਚਨ ਉਸ ਸਿੱਖ ਨੂੰ ਕਹੇ, ਉਹ ਬੜੇ ਅਮੋਲਕ ਬਚਨ ਨੇ। ਉਹ ਸਾਰੇ ਹਿੰਦੁਸਤਾਨ ਕੀ, ਸਾਰੇ ਵਰਲਡ ਵਾਸਤੇ ਨੇ। ਪੂਰੇ ਵਰਲਡ ਵਿੱਚ ਇਹ ਚੈਨਲ ਚੱਲਦਾ ਪਿਆ, ਸੰਗਤਾਂ ਸੁਣਦੀਆਂ ਪਈਆਂ ਨੇ। ਦਸਮ ਪਾਤਸ਼ਾਹ ਜੀ ਨੇ ਜਿਹੜੇ ਬਚਨ ਸਿੱਖ ਨੂੰ ਅੱਗੋਂ ਬੋਲੇ ਨੇ ਕਿ ਕਿਸ ਤਰ੍ਹਾਂ ਭਾਈ ਤੂੰ ਅਧਿਆਤਮਕ ਜੀਵਨ, ਰੱਬੀ ਜੀਵਨ ਤੂੰ ਕਿਸ ਤਰ੍ਹਾਂ ਜੀ ਸਕੇਂਗਾ। ਗੁਰੂ ਸਾਹਿਬ ਨੇ ਪੁੱਛਿਆ, ਸਿੱਖਾ ਤੈਨੂੰ ਅੱਖਰੀ ਗਿਆਨ ਹੈ? ਤੈਨੂੰ ਅੱਖਰ ਪੜ੍ਹਨੇ ਆਉਂਦੇ ਆ? ਸਿੱਖ ਕਹਿਣ ਲੱਗਾ, ਨਹੀਂ ਜੀ, ਮੈਂ ਤੇ ਬਿਲਕੁਲ ਅਨਪੜ੍ਹ ਹਾਂ, ਮੈਨੂੰ ਕੋਈ ਅੱਖਰ ਪੜ੍ਹਨਾ ਨਹੀਂ ਆਉਂਦਾ, ਬਿਲਕੁਲ ਅਨਪੜ੍ਹ ਹਾਂ। ਗੁਰੂ ਸਾਹਿਬ ਦੇ ਪਾਵਨ ਬਚਨ ਨੇ ਉਸ ਸਿੱਖ ਨੂੰ ਬੋਲੇ, ਪਰ ਉਪਦੇਸ਼ ਸਾਰੇ ਸੰਸਾਰ ਵਾਸਤੇ ਹੈ, ਕੇਵਲ ਸਿੱਖਾਂ ਵਾਸਤੇ ਨਹੀਂ, ਕੇਵਲ ਹਿੰਦੁਸਤਾਨ ਦੇ ਲੋਕਾਂ ਵਾਸਤੇ ਨਹੀਂ, ਪੂਰੇ ਸੰਸਾਰ ਵਾਸਤੇ, ਪੂਰੀ ਲੋਕਾਈ ਵਾਸਤੇ ਹੈ। ਸਤਿਗੁਰ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਤੁਸੀਂ ਨਹੀਂ ਪੜ੍ਹਦੇ, ਰੋਜ਼ ਪੜ੍ਹਦੇ ਹੋ ਪਰ ਕਦੀ ਧਿਆਨ ਨਹੀਂ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਨੇ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾ। ਅੱਖਰਾਂ ਦੇ ਨਾਲ ਅਸੀਂ ਪਰਮ ਪਿਤਾ ਪਰਮਾਤਮਾ ਦੀ ਮਹਿਮਾ ਨੂੰ ਜਾਣ ਸਕਦੇ ਹਾਂ ਤੇ ਗਾ ਸਕਦੇ ਹਾਂ। ਜਿੰਨਾ ਚਿਰ ਸਾਡੇ ਕੋਲ ਅਖਰੀ ਗਿਆਨ ਹੀ ਨਹੀਂ ਹੈ, ਅਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਕਿਵੇਂ ਜਾਣ ਸਕਾਂਗੇ? ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕੋਲ ਅਖਰੀ ਗਿਆਨ ਸੀ, ਤਾਂ ਹੀ ਤੇ ਜਿਹੜੀ ਬਾਣੀ, ਰੱਬੀ ਬਾਣੀ ਉਹਨਾਂ ਦੇ ਕੋਲ ਆਉਂਦੀ ਸੀ, ਉਹਨਾਂ ਨੂੰ ਰੱਬੀ ਬਾਣੀ ਦਾ ਇਲਹਾਮ ਹੁੰਦਾ ਸੀ, ਉਹ ਗਾਉਂਦੇ ਸੀ, ਉਸ ਬਾਣੀ ਨੂੰ ਤੁਰੰਤ ਆਪਣੀ ਕਾਪੀ ਦੇ ਵਿੱਚ ਲਿਖ ਲੈਂਦੇ ਸੀ, ਪੋਥੀ ਵਿੱਚ ਲਿਖ ਲੈਂਦੇ ਸੀ। ਤਾਂ ਹੀ ਤੇ ਅੱਜ ਬਾਣੀ ਸਾਡੇ ਤੱਕ ਪਹੁੰਚੀ ਹੈ। ਜੇ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਅਖਰੀ ਗਿਆਨ ਨਾ ਹੁੰਦਾ ਤੇ ਗੁਰਬਾਣੀ ਸਾਡੇ ਤੱਕ ਕਿਵੇਂ ਪਹੁੰਚਦੀ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸੀ ਕਿ ਸਿੱਖੋ
ਇਹ ਸੰਸਾਰ ਦੇ ਲੋਕੋ ਅਖਰੀ ਗਿਆਨ ਜ਼ਰੂਰ ਪ੍ਰਾਪਤ ਕਰੋ। ਆਪਣੇ ਬੱਚਿਆਂ ਨੂੰ, ਆਪਣੀਆਂ ਧੀਆਂ ਨੂੰ, ਆਪਣੇ ਪੁੱਤਰਾਂ ਨੂੰ, ਸਾਰਿਆਂ ਨੂੰ ਅਖਰੀ ਗਿਆਨ ਜ਼ਰੂਰ ਦੇਵੋ। ਇੱਕ ਸਿੱਖ ਦੀ ਸੇਵਾ ਗੁਰੂ ਸਾਹਿਬ ਨੇ ਲਾ ਦਿੱਤੀ ਹੈ ਕਿ ਆ ਜਿਹੜਾ ਸਿੱਖ ਆਇਆ ਹੈ ਇਹਨੂੰ ਤੁਸੀਂ ਗੁਰਮੁਖੀ ਅੱਖਰ ਪੜ੍ਹਾਉਣੇ ਆ। ਕੁਝ ਹੀ ਦਿਨਾਂ ਦੇ ਵਿੱਚ ਸਿੱਖ ਨੇ ਗੁਰਮੁਖੀ ਅੱਖਰ ਪੜ੍ਹਾ ਦਿੱਤੇ। ਔਰ ਸਿੱਖ ਜਿਹੜਾ ਹੈ ਬੜੀ ਛੇਤੀ, ਕਿਉਂਕਿ ਇਹ ਇੱਕ ਜਿਹੜੀ ਭਾਸ਼ਾ ਬੋਲਦਾ ਹੈ ਨਾ, ਜੇ ਉਹਨੂੰ ਲਿਖਣੀ ਪੜ੍ਹਨੀ ਨਹੀਂ ਆਉਂਦੀ ਤਾਂ ਉਹ ਬੜੀ ਛੇਤੀ ਸਿੱਖ ਜਾਏਗਾ ਜੇ ਕੋਸ਼ਿਸ਼ ਕਰੇਗਾ। ਤੇ ਜੇ ਕੋਈ ਗੁਰਮੁਖੀ ਭਾਸ਼ਾ ਬੋਲਦਾ ਹੈ, ਜੇ ਉਹਨੂੰ ਲਿਖਣੀ ਪੜ੍ਹਨੀ ਨਹੀਂ ਆਉਂਦੀ, ਥੋੜੀ ਜੀ ਕੋਸ਼ਿਸ਼ ਕਰੇਗਾ ਤੇ ਉਹਨੂੰ ਆ ਜਾਏਗੀ, ਕਿਉਂਕਿ ਉਹਦੀ ਜ਼ਬਾਨ ਦੇ ਉੱਤੇ ਉਹ ਚੜੀ ਹੋਈ ਹੈ। ਸਿੱਖ ਬੜੀ ਛੇਤੀ ਸਿੱਖ ਗਿਆ ਹੈ। ਨਵਾਂ ਲੈਸਨ ਦੇਣ ਵਾਸਤੇ ਸਿੱਖ ਨੇ ਸਿੱਖਣ ਵਾਲੇ ਸਿੱਖ ਨੂੰ ਇਹ ਕਿਹਾ ਵੀ ਭਲਿਆ ਅੱਜ ਮੈਂ ਗੁਰਬਾਣੀ ਦੀਆਂ ਤੁਕਾਂ ਅੱਗੇ ਅੱਗੇ ਬੋਲਾਂਗਾ, ਤੁਸੀਂ ਮੇਰੇ ਪਿੱਛੇ ਪਿੱਛੇ ਬੋਲਣਾ ਹੈ। ਸਿੱਖ ਨੇ ਗੁਰਬਾਣੀ ਦੀ ਤੁਕ ਬੋਲੀ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਔਰ ਜਿਹੜਾ ਗੁਰਮੁਖੀ ਸਿੱਖਣ ਆਇਆ ਹੈ ਉਹਦੇ ਅੰਦਰ ਇਤਨਾ ਜ਼ਿਆਦਾ ਸਿਦਕ, ਭਰੋਸਾ, ਵਿਸ਼ਵਾਸ, ਦ੍ਰਿੜ ਨਿਸ਼ਚੈ ਹੈ ਕਿ ਉਹਨੇ ਸੁਣਿਆ ਹੈ ਔਰ ਸਿਦਕ ਨਾਲ ਉਹਨੇ ਜਦੋਂ ਬੋਲਿਆ, ਭਰੋਸੇ ਨਾਲ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉੱਥੇ ਦੀ ਉੱਥੇ ਉਹਦੀ ਲਿਵ ਜੁੜ ਗਈ। ਇੱਕ ਤੁਕ ਪੜ੍ਹਦਿਆਂ ਸਾਰੀ ਜਿਹੜੀ ਲਿਵ ਟੁੱਟੀ ਹੋਈ ਸੀ ਨਾ, ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਉਹਦੀ ਲਿਵ ਟੁੱਟ ਜਾਂਦੀ ਹੈ, ਅੱਜ ਇੱਕ ਸ਼ਬਦ ਸੁਣਦਿਆਂ ਸਾਰ ਹੀ, ਇੱਕ ਤੁਕ ਪੜ੍ਹਦਿਆਂ ਸਾਰ ਹੀ ਸਿੱਖ ਦੀ ਲਿਵ ਜੁੜ ਗਈ ਹੈ। ਅਗਲਾ ਲੈਸਨ ਲੈਣ ਵਾਸਤੇ ਨਹੀਂ ਆਇਆ। ਦਸਮ ਪਾਤਸ਼ਾਹ ਜੀ ਦੇ ਕੋਲ ਪੜ੍ਹਾਉਣ ਵਾਲਾ ਸਿੱਖ ਗਿਆ, ਕਹਿਣ ਲੱਗਾ ਸਤਿਗੁਰੂ ਉਹ ਸਿੱਖ ਤੇ ਆਇਆ ਹੀ ਨਹੀਂ। ਗੁਰੂ ਸਾਹਿਬ ਕਹਿਣ ਲੱਗੇ ਉਹਦੇ ਉੱਤੇ ਬਖਸ਼ਿਸ਼ ਵਾਪਰ ਚੁੱਕੀ ਹੈ, ਉਹਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋ ਚੁੱਕੀ ਹੈ। ਉਹਨੇ ਇਤਨੇ ਭਰੋਸੇ, ਯਕੀਨ ਦੇ ਨਾਲ, ਇਤਨੇ ਸਿਦਕ ਨਾਲ ਇੱਕ ਤੁਕ ਪੜ੍ਹੀ ਹੈ ਕਿ ਉਹਦੀ ਲਿਵ ਜਾਗ ਪਈ ਹੈ। ਉਹਦੀ ਤਾਰ ਜਿਹੜੀ ਹੈ ਉਹ ਅੰਦਰੋਂ ਤਾਰ ਬੋਲ ਪਈ ਹੈ ਪਰਮਾਤਮਾ ਦੇ ਨਾਲ, ਇੱਕ ਮਿਕਤਾ ਉਹਦੀ ਹੋ ਗਈ ਹੈ। ਉਹ ਜਿਹੜੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਸੀ ਨਾ, ਉਹਦੇ ਨਾਲੋਂ ਹਟ ਕੇ ਤੇ ਉਹ ਪਰਮਾਤਮਾ ਨਾਲ ਦੁਬਾਰਾ ਤੋਂ ਲਿਵ ਲੀਨ ਹੋ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਜਦੋਂ ਪੜ੍ਹੀਦਾ ਹੈ ਨਾ, ਤੇ ਕੀ ਸਮਝ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਕੇਵਲ ਇੱਕੋ ਹੀ ਸ਼ਬਦ ਸੁਣਾਇਆ ਸੀ ਸੱਜਣ ਨੂੰ, ਜਿਹੜਾ ਪਹਿਲਾਂ ਠੱਗੀਆਂ ਮਾਰਦਾ ਸੀ, ਕਤਲ ਕਰਦਾ ਸੀ, ਲੋਕਾਂ ਦਾ ਮਾਲ ਖੋਹ ਲੈਂਦਾ ਸੀ। ਇੱਕੋ ਹੀ ਸ਼ਬਦ ਸੁਣਾਇਆ ਹੈ। ਇੱਕ ਸ਼ਬਦ ਸੁਣਦਿਆਂ ਸਾਰੀ ਸੱਜਣ ਜਿਹੜਾ ਸੀ ਉਹਦੇ ਅੰਦਰ ਬ੍ਰਹਮ ਗਿਆਨ ਦੀ ਅਵਸਥਾ ਆ ਗਈ, ਉਹਦੀ ਤਾਰ ਜੁੜ ਗਈ, ਉਹਦੀ ਲਿਵ ਜੁੜ ਗਈ ਪਰਮਾਤਮਾ ਨਾਲ। ਇੱਕੋ ਹੀ ਸ਼ਬਦ ਸੁਣਿਆ, ਇੱਕੋ ਹੀ ਸ਼ਬਦ ਭੂਮੀਏ ਚੋਰ ਨੇ ਸੁਣਿਆ ਗੁਰੂ ਨਾਨਕ ਸਾਹਿਬ ਜੀ ਕੋਲੋਂ। ਇੱਕ ਸ਼ਬਦ ਸੁਣਦਿਆਂ ਸਾਰੀ ਜੁੜ ਗਿਆ ਹੈ। ਤੇ ਕੌਡੇ ਰਾਖਸ਼ ਕੋਲ ਗਏ ਨੇ ਤੇ ਇੱਕੋ ਹੀ ਸ਼ਬਦ ਸੁਣਾਇਆ ਹੈ। ਇੱਕ ਸ਼ਬਦ ਸੁਣਦਿਆਂ ਸਾਰੀ ਜਿਹੜਾ ਆਦਮਖੋਰ ਬੰਦਾ ਹੈ, ਸ਼ਬਦ ਗੁਰੂ ਨਾਨਕ ਸਾਹਿਬ ਜੀ ਕੋਲੋਂ ਸੁਣਦਿਆਂ ਸਾਰੀ ਉਹ ਮਹਾਤਮਾ ਬਣ ਗਿਆ, ਉਹ ਸੰਤ ਬਣ ਗਿਆ, ਉਹ ਨਾਮ ਰਸੀਆ ਬਣ ਗਿਆ, ਉਹਦੀ ਲਿਵ ਜੁੜ ਗਈ। ਕਿਵੇਂ ਹੋਇਆ ਬਈ? ਅਸੀਂ ਤੇ ਰੋਜ਼ ਸ਼ਬਦ ਸੁਣਦੇ, ਸਾਡੀ ਲਿਵ ਨਹੀਂ ਜੁੜਦੀ ਪਈ। ਕਿਵੇਂ ਉਹਨਾਂ ਦੀ ਇੱਕੋ ਹੀ ਸ਼ਬਦ ਸੁਣਦਿਆਂ ਸਾਰ ਲਿਵ ਜੁੜੀ ਸੀ? ਕਿਉਂ ਕਿ ਉਹਨਾਂ ਨੇ ਸਿਦਕ ਰੱਖਿਆ ਸੀ, ਭਰੋਸਾ, ਯਕੀਨ ਰੱਖਿਆ ਸੀ। ਇਤਨਾ ਯਕੀਨ ਸੀ ਸ਼ਬਦ ਦੇ ਉੱਤੇ ਬਈ ਇਹ ਸ਼ਬਦ ਸੁਣਦਿਆਂ ਸਾਰੀ ਸਾਡੇ ਉੱਤੇ ਕਿਰਪਾ ਵਰਤ ਜਾਣੀ ਹੈ ਗੁਰੂ ਦੀ, ਪਰਮਾਤਮਾ ਦੀ, ਔਰ ਵਰਤੀ ਹੈ। ਇਤਨਾ ਭਰੋਸਾ ਜਿਸ ਦਿਨ ਸਾਨੂੰ ਵੀ ਆਏਗਾ, ਉਹ ਜਿਹੜੀ ਬਖਸ਼ਿਸ਼ ਹੈ ਉਹ ਸਾਡੇ ਉੱਤੇ ਵੀ ਵਰਤੇਗੀ। ਹਰੇਕ ਮਨੁੱਖ ਦੇ ਉੱਤੇ ਉਹ ਬਖਸ਼ਿਸ਼ ਵਰਤਦੀ ਹੈ। ਇਹ ਗੱਲ ਵੱਖਰੀ ਹੈ ਕਿ ਕਿਸੇ ਨੂੰ ਸਾਲਾਂ ਬੱਧੀ ਲੱਗ ਜਾਂਦੇ ਆ, ਕਿਸੇ ਨੂੰ ਕੁਝ ਦਿਨਾਂ ਵਿੱਚ ਹੀ ਬਖਸ਼ਿਸ਼ ਮਿਲ ਜਾਂਦੀ ਹੈ। ਉਹਦਾ ਭਰੋਸਾ ਬਣਨ ਦੀ ਗੱਲ ਹੈ ਕਿ ਸਾਡਾ ਭਰੋਸਾ ਕਿੰਨੇ ਦਿਨਾਂ 'ਚ ਬਣਦਾ ਹੈ, ਕਿੰਨੇ ਸਮੇਂ 'ਚ ਅਸੀਂ ਗੁਰੂ ਦੇ ਉੱਤੇ ਸਿਦਕ ਲਿਆਉਨੇ ਆ, ਕਿੰਨੇ ਦਿਨਾਂ 'ਚ ਸਾਡਾ ਗੁਰੂ ਦੇ ਉੱਤੇ ਯਕੀਨ ਬਣਦਾ ਹੈ। ਜਿਸ ਵੇਲੇ ਸਾਡਾ ਸਿਦਕ ਬਣ ਗਿਆ, ਦ੍ਰਿੜ ਨਿਸ਼ਚੈ ਬਣ ਗਿਆ ਗੁਰੂ ਦੇ ਉੱਤੇ, ਉਸੇ ਦਿਨ ਹੀ ਕਪਾਟ ਖੁੱਲ ਜਾਣੇ ਨੇ। ਉਸੇ ਦਿਨ ਹੀ ਜਿਹੜੀ ਟੁੱਟੀ ਹੋਈ ਲਿਵ ਹੈ, ਜਿਹੜੀ ਮਾਤਾ ਦੇ ਉਦਰ ਵਿੱਚ ਸਾਡੀ ਲਿਵ ਜੁੜੀ ਹੋਈ ਸੀ ਨਾ,
पहले पैरे रैन कै वणजारिया, मित्रा हुक्म पया गर्भास, उर्द तप अंतर करे वणजारिया, मित्रा खसम सेती अरदास, खसम सेती अरदास बखाणे, उर्द ध्यान लिव लागा। पुठे लटके सां पर असी सिमरन दे विच जुड़े होए सां, रब रब असी कर रहे सां। वाहिगुरू वाहिगुरू दा सिमरन साडे अंदर एक रस चलदा पिया सी। ਉਹ ਵਾਲਾ ਸਿਮਰਨ ਜਦੋਂ ਜਨਮ ਹੋਇਆ ਟੁੱਟ ਗਿਆ, ਤੇ ਜਿਸ ਵੇਲੇ ਉਹ ਦੁਬਾਰਾ ਸਿਮਰਨ ਜੋੜਨਾ ਹੈ ਤੇ ਫਿਰ ਗੁਰੂ ਦਾ ਪੱਲਾ ਸਾਨੂੰ ਫੜਨਾ ਪਏਗਾ। ਅੱਜ ਦਾ ਜੋ ਪਾਵਨ ਸ਼ਬਦ ਹੈ ਗੌੜੀ ਰਾਗ ਦਾ, ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਰਹਾਉ ਦੀ ਤੁਕ ਵਿੱਚ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਵਸ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਆ ਕਿ ਕੇਵਲ ਜ਼ਬਾਨ ਨਾਲ ਜਪਣ ਨਾਲ ਗੱਲ ਨਹੀਂ ਬਣਨੀ। ਜਿੰਨਾ ਚਿਰ ਅੰਦਰੋਂ ਨਾ ਜਪਿਆ, ਗੱਲ ਇਹ ਅੰਦਰ ਦੀ ਹੈ, ਬਾਹਰ ਦੀ ਨਹੀਂ ਹੈ, ਵਿਖਾਵੇ ਦੀ ਨਹੀਂ ਹੈ। ਜਦੋਂ ਤੱਕ ਅੰਦਰ ਤੱਕ ਚੋਟ ਨਹੀਂ ਲੱਗੇਗੀ, ਹਿਰਦੇ ਤੱਕ ਚੋਟ ਨਹੀਂ ਲੱਗੇਗੀ, ਤਾਂ ਤੱਕ ਗੱਲ ਨਹੀਂ ਬਣਨੀ। ਸਤਿਗੁਰੂ ਸਮਝਾ ਰਹੇ ਨੇ ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਤੇ ਜਿਸ ਜਗਿਆਸੂ ਦੇ ਹਿਰਦੇ ਵਿੱਚ ਨਾਮ ਟਿਕ ਗਿਆ, ਜਿਸ ਦੇ ਮੁਖ ਵਿੱਚ ਅੰਮ੍ਰਿਤ ਨਾਮ ਟਿਕ ਗਿਆ ਹੈ, ਜਿਹੜਾ ਆਪਣੀ ਜ਼ਬਾਨ ਤੋਂ ਵੀ ਅੰਮ੍ਰਿਤ ਨਾਮ ਜਪਦਾ ਹੈ, ਆਪਣੇ ਹਿਰਦੇ ਦੇ ਵਿੱਚ ਵੀ ਜਿਨੇ ਨਾਮ ਟਿਕਾ ਲਿਆ ਹੈ। ਅਗਲੀ ਗੱਲ ਸਤਿਗੁਰ ਕਹਿੰਦੇ ਨਰ ਹਰ ਨਾਮ ਨਰ ਹਰ ਨਿਹਕਾਮ। ਨਰ ਹਰ ਕਿਹਾ ਹੈ ਪਰਮਾਤਮਾ ਨੂੰ, ਰੱਬ ਨੂੰ। ਉਹ ਪਰਮਾਤਮਾ ਦਾ ਨਾਮ ਜਿਸ ਮਨੁੱਖ ਨੇ ਜਪਿਆ ਹੈ, ਨਰ ਹਰ ਨਿਹਕਾਮ, ਤੇ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਨੇ ਬਖਸ਼ਿਸ਼ ਪਤਾ ਕੀ ਵਰਤਾਈ ਹੈ। ਉਹ ਬੰਦਾ ਜਿਹੜਾ ਹੈ ਉਹ ਨਿਸ਼ਕਾਮ ਹੋ ਗਿਆ ਹੈ, ਉਹਦੇ ਅੰਦਰੋਂ ਕਾਮਨਾ ਖਤਮ ਹੋ ਗਈ ਹੈ। ਆਪਾਂ ਗੁਰਦੁਆਰੇ ਆਉਨੇ ਆ, ਕੋਈ ਮੰਦਰ ਵਿੱਚ ਜਾਂਦਾ ਹੈ, ਮਸਜਿਦ ਵਿੱਚ ਜਾਂਦਾ ਹੈ, ਗਿਰਜੇ ਵਿੱਚ ਜਾਂਦਾ ਹੈ, ਕਿਤੇ ਵੀ ਜਾਂਦਾ ਹੈ, ਕੋਈ ਮਨੁੱਖ ਕਾਮਨਾ ਲੈ ਕੇ ਜਾਂਦਾ ਹੈ। ਤੇ ਪੁਰਾਤਨ ਜੇ ਆਪਾਂ ਪੁਰਾਣਿਕ ਇਤਿਹਾਸ ਪੜ੍ਹੀਏ ਤੇ ਉਹਦੇ ਵਿੱਚ ਇਹ ਲਿਖਿਆ ਗਿਆ, ਕਬੀਰ ਸਾਹਿਬ ਜੀ ਦੇ ਸ਼ਬਦਾਂ ਵਿੱਚੋਂ ਵੀ ਜ਼ਾਹਰ ਹੁੰਦਾ ਹੈ ਕਿ ਕਾਂਸ਼ੀ ਵਰਗੇ ਤੀਰਥਾਂ ਤੇ ਜੇ ਕਿਸੇ ਦੀ ਮੌਤ ਹੋਵੇ ਤੇ ਉਹ ਸੱਚਖੰਡ ਪਹੁੰਚਦਾ ਹੈ, ਰੱਬ ਤੱਕ ਪਹੁੰਚਦਾ ਹੈ। ਇਹ ਇੱਕ ਰਵਾਇਤ ਸੀ, ਇੱਕ ਮਨੌਤ ਸੀ, ਤੇ ਕਬੀਰ ਸਾਹਿਬ ਜੀ ਨੇ ਇਸ ਮਨੌਤ ਨੂੰ ਤੋੜਿਆ ਵੀ ਸੀ। ਉਹ ਆਪਣੇ ਜੀਵਨ ਦੇ ਅੰਤ ਹੋਣ ਤੋਂ ਪਹਿਲਾਂ ਉਹਨਾਂ ਨੇ ਕਾਂਸ਼ੀ ਛੱਡ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਜੇ ਮੇਰੇ ਅੰਦਰ ਨਾਮ ਦੀ ਬਖਸ਼ਿਸ਼ ਹੋਏਗੀ ਤੇ ਮੈਂ ਜਿੱਥੇ ਵੀ ਰਵਾਂਗਾ ਪਰਮਾਤਮਾ ਮੈਨੂੰ ਉੱਥੇ ਹੀ ਆਪਣੇ ਨਾਲ ਮਿਲਾ ਲਏਗਾ। ਹੁਣ ਸਤਿਗੁਰੂ ਕੀ ਕਹਿ ਰਹੇ ਨੇ ਕਿ ਜਦੋਂ ਨਾਮ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਨਾਮ ਦੀ ਬਰਕਤ ਦੇ ਨਾਲ ਮਨੁੱਖ ਦੀ ਅੰਦਰ ਦੀ ਕਾਮਨਾ ਖਤਮ ਹੋ ਜਾਂਦੀ। ਹਰ ਮਨੁੱਖ ਕਾਮਨਾ ਲੈ ਕੇ ਆਉਂਦਾ ਹੈ, ਤੇ ਇਹ ਕਾਮਨਾ ਜਿਹੜੀ ਹੈ ਨਾ, ਇਹ ਸਾਨੂੰ ਭਟਕਾ ਦਿੰਦੀ ਹੈ। ਜਿਹੜੇ ਕੰਮ ਅਸੀਂ ਆਏ ਆ ਨਾ, ਉਹ ਜਿਹੜਾ ਅਸਲ ਕੰਮ ਸੀ ਉਹਦੇ ਤੋਂ ਸਾਡਾ ਜਿਹੜਾ ਧਿਆਨ ਹੈ ਉਹ ਭਟਕ ਜਾਏਗਾ। ਆਏ ਤੇ ਅਸੀਂ ਬਖਸ਼ਿਸ਼ ਲੈਣ ਸੀ ਨਾਮ ਦੀ, ਆਏ ਤੇ ਸੀ ਅਸੀਂ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਉਣ, ਪਰ ਜਿਸ ਵੇਲੇ ਕੋਈ ਕਾਮਨਾ ਅੰਦਰ ਧਾਰਨ ਕੀਤੀ ਹੈ, ਪੰਚਮ ਪਾਤਸ਼ਾਹ ਜੀ ਇਸ ਗੱਲ ਨੂੰ ਸਪਸ਼ਟ ਕਰਦੇ ਨੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬੋ ਸਾਧ ਨਾ ਕਰੈ, ਮਨ ਤੇ ਕਬੂ ਨਾ ਬਿਖਿਆ ਟਰੈ, ਜਲ ਧੋਵੈ ਬੋ ਦੇ ਅਨੀਤ, ਸੁਧ ਕਹਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ। ਸਤਿਗੁਰ ਕਹਿੰਦੇ ਜਿੰਨਾ ਮਰਜੀ ਇਸ ਮਿੱਟੀ ਦੀ ਦੇਹੀ ਨੂੰ ਧੋ ਲਵੋ, ਇਸ ਦੇਹੀ ਨੂੰ ਧੋਣ ਦੇ ਨਾਲ ਗੱਲ ਨਹੀਂ ਬਣਨੀ। ਫਿਰ ਮੈਲ ਅੰਦਰ ਦੀ ਮੈਲ ਤੇ ਫਿਰ ਉੱਥੇ ਦੀ ਉੱਥੇ ਹੀ ਰਹਿ ਗਈ। ਤੇ ਜੇ ਕਿਸੇ ਨੇ ਤੀਰਥਾਂ ਤੇ ਜਾ ਕੇ ਆਪਣੇ ਸਵਾਸ ਵੀ ਤਿਆਗ ਦਿੱਤੇ ਤੇ ਗੁਰੂ ਸਾਹਿਬ ਕਹਿੰਦੇ ਅੰਦਰ ਦੀ ਮੈਲ ਹਉਮੈ ਤੇ ਤੇਰੀ ਮਿਟੀ ਨਹੀਂ। ਤੀਰਥਾਂ ਤੇ ਤੇਰੀ ਮੌਤ ਜ਼ਰੂਰ ਹੋ ਗਈ ਹੈ, ਪਰ ਕੀ ਅੰਦਰ ਦੀ ਮੈਲ ਖਤਮ ਹੋਈ ਹੈ? ਅੰਦਰ ਦੀ ਕਾਮਨਾ ਭਾਵਨਾ ਇੱਛਾਵਾਂ ਤੇਰੀਆਂ ਖਤਮ ਹੋਈਆਂ? ਨਹੀਂ ਹੋਈਆਂ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਅੰਦਰ ਦਾ ਗਰਭ ਖਤਮ ਹੋਇਆ, ਅੰਦਰ ਦੀ ਹਉਮੈ ਮੋਹ ਮਾਇਆ ਖਤਮ ਹੋਈ ਹੈ।
तीर्थां ते जाके स्वास त्यागण ना सतगुर कहते नहीं होई। मन हर के नाम की महिमा ऊच, सतगुर कहते केवल ते केवल परमात्मा दे नाम दी महिमा ही सब तो उच्ची है, जिहदे नाल अनेकां पतित लोग पापी लोग जिहड़े ने नाम दी बख्शिश दे नाल तर जांदे ने। हुण तरना ही ते जरूरी है, डुब्बण वास्ते ते आपां आए नहीं मनुखा जन्म लैके, क्योंकि अनेकां जोनियां विचों भटकदे आए आ, उन्हां विच ते डुब्बे ही आ। मनुखा दे ही कादे वास्ते मिली है, सतगुरु यही गल समझा रहे आ। और जपजी साहब दी बाणी जदों आपां दे किते ध्यान नाल पढ़ीए ना, केवल जपजी साहब दी बाणी दे विचों ही सारा अंतर ज्ञान प्राप्त हो जाता है। गुरु साहब ने अंदर दी ही गल कीती है सारी, बई अंदर असी परमात्मा दे नाम नू टिकाउणा है, सारा कुछ अंदर ही है, बाहर ते कुछ भी नहीं है। बाबा कबीर साहब जी का पावन शब्द है जो इस गल नू होर भी स्पष्ट करता है। हज हमारी गोमती तीर, जहां बसै पीतंबर पीर, वह वह क्या खूब गावता है, हर का नाम मेरा मन भावता है। बाबा कबीर साहब जी कहते मेरे अंदर ही हज है, बाहर तो मैनू हज करन दी लोड़ ही नहीं, मेरे अंदर काबा है, मेरे अंदर तीर्थ है गोमती, मेरे अंदर ही वगदी पई है, मैनू ते बाहर जाण दी लोड़ ही नहीं। ते कबीर साहब एक तुरे भी सी बाहर, आप ही उन्होंने बाणी विच स्पष्ट भी कीता है। कबीर साहब कहते कबीर हज काबा हो जाए था, आगे मिलया खुदाए, साई मुझ स्यों लर भरिया, तुझ किन फुरमाई गाए। बाबा कबीर साहब जी कहते मैं हज नू गया, उत्थे रब नाल आमो सामना हो गया, खुदा नाल। मैं सोचा खुदा बड़ा खुश होएगा, बई कबीर हज करन आया, कहते खुदा ते मेरे नाल लड़ पिया, नाराज हो पिया। कहने लगा कबीर मैं कदों तेनू क्या सी भी गां आदक दी बली दे ते मैं तेरे उत्ते खुश होऊंगा, तुझ किन फुरमाई गाए। मैं तेनू कदों क्या सी गां आदक दी बली दे, क्योंकि इस्लामी लोग जड़े वो गां दी बली नू सोचते भी बली दवांगे ते वो परवान होएगी। और एक शब्द होर भी कबीर जी दे परथाए आउंदा है कि कबीर साहब जी दा जेड़ा कुल है, जाके ईद बकरीद कुल गौरे बद करें, मानिए शेख शहीद पीरा। बाबा कबीर साहब जी दी कोल केड़ी है, इस्लाम धर्म नू मनदे ने, वो शहीदां दी पूजा करदे, जड़े उन्हां दे शहीद ने, सैयद जिन्हां नू सैयद कहंदे आ, उन्हां दी पूजा करदे। जिन्हां दे खानदान दे लोग गऊ दी बली दे के ते अपने खुदा नू खुश करदे ने। बाबा कबीर साहब जी ने इस गल नू स्पष्ट कर दिता भी मैनू ते रब ने मना कीता जे, ये बली देण तो परमात्मा ने मैनू रोक दिता सी कि तेनू बाहर दे हज बाहर दियां बलियां देण दी तेनू कोई लोड़ नहीं है, मैं ते तेरे अंदर बैठा। हज हमारी गोमती तीर, जहां बसै पीतंबर पीर। बाबा कबीर साहब जी कहंदे मेरे हिरदे दे अंदर पीतांबर रब बैठा है, मेरे हिरदे विच ते रब बैठा होया, ते तां ही मेरे अंदर हज भी मेरे अंदरों ही हो रहा है, तीर्थां दा इशनान भी मेरे अंदरों हो रहा है, मैनू ते बाहर जाण दी कोई लोड़ ही नहीं है। वाहो वाहो क्या खूब गावता है। बाबा कबीर साहब जी कहंदे मेरा मन देखो किन्ना परमात्मा दी वडियाई करदा पिया, किन्ना परमात्मा दी महिमा गायन करदा पिया है। वाहो वाहो क्या खूब गावता है, हर का नाम मेरे मन भावता है। बाबा कबीर साहब जी कहंदे मेरे मन नू परमात्मा दा नाम बड़ा ही चंगा लग रहा है, बहुत ही परमात्मा दे नाल लगाव हो गया मेरे मन दा। ते अगली गल उन्होंने की कही, नारद सारद करें खवासी, पास बैठी बीबी कमला दासी। ये भी गल बड़ी महत्वपूर्ण है। बाबा कबीर साहब जी कहंदे नारद भगत वर्गे और शारदा देवी ये परमात्मा दी टहल करदे पे, उस परमात्मा दी जिहड़ा मेरे अंदर बैठा है, बाहर नहीं। नारद सारद करें खवासी, पास बैठी बीबी कमला दासी। कमला किनू क्या? लक्ष्मी नू। लोग लक्ष्मी दी पूजा करदे आ,
ਤੇ ਕਬੀਰ ਸਾਹਿਬ ਜੀ ਕਹਿੰਦੇ ਲక్ష్ਮੀ ਮੇਰੇ ਅੰਦਰ ਬੈਠੇ ਹੋਏ ਰੱਬ ਦੀ ਟਹਿਲਣ ਹੈ, ਦਾਸੀ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਐਸੇ ਪਰਮਾਤਮਾ ਦੇ ਮੈਂ ਗੁਣ ਗਾਇਨ ਕਰਦਾ ਹਾਂ। ਕੰਠੇ ਮਾਲਾ ਜਿਹਬਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਕੰਠ ਵਿੱਚ, ਮੇਰੇ ਗਲੇ ਵਿੱਚ ਰਾਮ ਰਾਮ ਦੀ ਮਾਲਾ ਹੈ। ਹੈਗੇ ਮੁਸਲਮਾਨ ਤੇ ਕਹਿ ਕੀ ਰਿਹਾ, ਮੈਂ ਰਾਮ ਜਪ ਰਿਹਾ। ਵੇਖੋ ਇਹ ਵੀ ਬੜੀ ਅਚੰਭੇ ਵਾਲੀ ਗੱਲ ਹੈ। ਕੱਟੜਤਾ ਐਨੀ ਹੈ। ਅੱਜ ਦੇਖੋ ਮੁਸਲਮਾਨ ਜ਼ਬਰਦਸਤੀ ਕਹਿੰਦਾ ਤੁਸੀਂ ਅੱਲਾ ਅੱਲਾ ਬੋਲੋ, ਹਿੰਦੂ ਜ਼ਬਰਦਸਤੀ ਕਹਿੰਦਾ ਤੂੰ ਰਾਮ ਰਾਮ ਬੋਲ। ਪਰ ਕਬੀਰ ਸਾਹਿਬ ਮੁਸਲਮਾਨ ਹੋਣ ਦੇ ਬਾਵਜੂਦ ਕਹਿੰਦੇ ਮੈਂ ਰਾਮ ਜਪਦਾ ਪਿਆ। ਕਿਉਂ? ਕਿਉਂਕਿ ਅਵਸਥਾ ਉਹ ਹੋ ਚੁੱਕੀ ਹੈ ਜਿੱਥੇ ਰਾਮ ਅੱਲਾ ਸਭ ਇੱਕ ਬਰਾਬਰ ਹੋ ਜਾਂਦੇ ਆ, ਜਿੱਥੇ ਕੇਵਲ ਮਨੁੱਖਤਾ ਦਿਖਾਈ ਦਿੰਦੀ ਹੈ। ਕੋਈ ਹਿੰਦੂ, ਮੁਸਲਮਾਨ, ਈਸਾਈ, ਬੋਧੀ, ਜੈਨੀ ਨਹੀਂ ਦਿਖਾਈ ਦਿੰਦਾ, ਸਭ ਇਨਸਾਨ ਦਿਖਾਈ ਦਿੰਦੇ ਆ, ਸਭ ਪਰਮਾਤਮਾ ਦੀ ਜੋਤ ਦਿਖਾਈ ਦਿੰਦੇ। ਉਹ ਅਵਸਥਾ 'ਚ ਕਬੀਰ ਸਾਹਿਬ ਪਹੁੰਚ ਗਏ। ਕਬੀਰ ਸਾਹਿਬ ਕਹਿੰਦੇ ਕਹਿਤ ਕਬੀਰ ਰਾਮ ਗੁਣ ਗਾਉ, ਕਹਿੰਦੇ ਮੈਂ ਤੇ ਰਾਮ ਦੇ ਗੁਣ ਗਾ ਰਿਹਾ। ਅੱਗੇ ਕੀ ਕਹਿੰਦੇ, ਹਿੰਦੂ ਤੁਰਕ ਦੋ ਸਮਝਾਉ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੈਂ ਤੇ ਹਿੰਦੂਆਂ ਨੂੰ ਵੀ ਸਮਝਾਉਣਾ ਤੇ ਤੁਰਕ ਦਾ ਮਤਲਬ ਮੁਸਲਮਾਨ। ਕਹਿੰਦੇ ਮੈਂ ਮੁਸਲਮਾਨਾਂ ਨੂੰ ਵੀ ਸਮਝਾਉਣਾ ਹੈ ਕਿ ਪਰਮਾਤਮਾ ਦੇ ਗੁਣ ਗਾ ਲੋ। ਇੱਧਰ ਉਧਰ ਦੀਆਂ ਭਟਕਣਾ ਜਿਹੜੀਆਂ ਨੇ ਉਹ ਛੱਡ ਦੋ। ਜਿੰਨਾ ਚਿਰ ਝਗੜਿਆਂ ਝਮੇਲਿਆਂ ਵਿੱਚ, ਨਾਮ ਦੇ ਝਮੇਲਿਆਂ ਵਿੱਚ ਪਏ ਰਹੋਗੇ ਵੀ ਆ ਅੱਲਾ ਦਾ ਨਾਮ ਚੰਗਾ ਹੈ, ਰਾਮ ਦਾ ਨਾਮ ਚੰਗਾ ਹੈ, ਵਾਹਿਗੁਰੂ ਦਾ ਨਾਮ ਚੰਗਾ ਹੈ, ਗੌਡ ਦਾ, ਗੌਡ ਵਾਲੇ ਕਹਿੰਦੇ ਗੌਡ ਚੰਗਾ, ਅੱਲਾ ਵਾਲੇ ਕਹਿੰਦੇ ਅੱਲਾ ਚੰਗਾ, ਰਾਮ ਵਾਲੇ ਕਹਿੰਦੇ ਰਾਮ ਚੰਗਾ। ਬਾਬਾ ਕਬੀਰ ਸਾਹਿਬ ਕਹਿੰਦੇ ਪਰਮਾਤਮਾ ਦਾ ਨਾਮ ਚੰਗਾ ਹੈ, ਉਹਨੂੰ ਕਿਸੇ ਵੀ ਨਾਮ ਨਾਲ ਪੁਕਾਰ ਲਓ। ਸਭ ਨੂੰ ਸਾਂਝਾ ਉਪਦੇਸ਼ ਦੇ ਰਹੇ ਆ। ਹਿੰਦੂ ਤੁਰਕ ਦੋ ਸਮਝਾਓ। ਕਬੀਰ ਸਾਹਿਬ ਕਹਿੰਦੇ ਮੈਂ ਤੇ ਹਿੰਦੂਆਂ ਨੂੰ ਵੀ ਸਮਝਾ ਰਿਹਾ ਤੇ ਮੁਸਲਮਾਨਾਂ ਨੂੰ ਵੀ ਸਮਝਾ ਰਿਹਾ ਵੀ ਆਜੋ ਪਰਮਾਤਮਾ ਦੇ ਝੰਡੇ ਥੱਲੇ ਆਓ, ਪਰਮਾਤਮਾ ਦਾ ਸਿਮਰਨ ਕਰੋ। ਇਹ ਦੁਨਿਆਵੀ ਝਗੜੇ ਰੱਬ ਦੇ ਨਾਂ ਦੇ, ਅੱਲਾ ਦੇ ਨਾਂ ਦੇ, ਰਾਮ ਦੇ ਨਾਂ ਦੇ ਝਗੜੇ ਛੱਡ ਦੋ, ਝਗੜੇ ਮਿਟਾ ਦੋ। ਕਿਉਂਕਿ ਇਨਸਾਨ ਸਭ ਇੱਕ ਬਰਾਬਰ ਹੈ। अव्वल अल्लाह नूर उपाया, कुदरत के सब बंदे एक नूर ते सब जग उपजिया, कौन भले को बंदे। एक जोत तो जदों मुसलमान भी उसे जोत तो पैदा होया, हिंदू भी उसे जोत तो पैदा होया, सिख भी उसे जोत तो, ईसाई भी, बोधी, जैनी, यहूदी सारे एक जोत तो पैदा होए आ ते सारे आपस विच भरा ने। फिर एक प्यो जदों साडा एक है ਤੇ ਫਿਰ ਸਾਰੇ ਭੈਣ ਭਰਾ ਨਾ ਹੋ ਗਏ। ਝਗੜਾ ਕਿੱਥੇ ਹੈ? ਝਗੜਾ ਉੱਥੋਂ ਤੱਕ ਹੈ ਜਦੋਂ ਤੱਕ ਸਾਨੂੰ ਗੱਲ ਸਮਝ ਨਹੀਂ ਆਈ, ਜਦੋਂ ਤੱਕ ਅਸੀਂ ਸਮਝੇ ਨਹੀਂ ਵੀ ਪਰਮਾਤਮਾ ਇੱਕ ਹੈ। ਇਹੋ ਹੀ ਗੱਲ ਅੱਜ ਗੁਰੂ ਨਾਨਕ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਅੱਜ ਦੇ ਸ਼ਬਦ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜਦੋਂ ਕਿਤੇ ਬਾਦਸ਼ਾਹ ਆ ਜਾਂਦਾ ਨਾ, ਬਾਦਸ਼ਾਹ, ਉੱਥੇ ਸਫਾਈਆਂ ਹੋ ਜਾਂਦੀਆਂ ਨੇ, ਉੱਥੇ ਦੂਰੋਂ ਦੂਰੋਂ ਚੱਲ ਕੇ ਵਿਦਵਾਨ ਸੱਜਣ ਪਹੁੰਚ ਜਾਂਦੇ, ਉੱਥੇ ਸੂਰਬੀਰ ਯੋਧੇ ਪਹੁੰਚ ਜਾਂਦੇ, ਉੱਥੇ ਰੌਣਕਾਂ ਲੱਗ ਜਾਂਦੀਆਂ ਨੇ, ਉੱਥੇ ਸਾਰੇ ਡਰ ਦੂਰ ਹੋ ਜਾਂਦੇ ਵੀ ਰਾਜਾ ਆ ਗਿਆ, ਕੋਈ ਗੱਲ ਹੋਏਗੀ ਰਾਜੇ ਨੂੰ ਦੱਸਾਂਗੇ। ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ, ਜਿੱਥੇ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ, ਜਿੱਥੇ ਰਾਜਿਆਂ ਦਾ ਰਾਜਾ, ਰਾਜਨ ਮੈਂ ਤੂੰ ਰਾਜਾ ਕਹੀਐ, ਜਿਹੜਾ ਰਾਜਿਆਂ ਤੋਂ ਵੱਡਾ ਰਾਜਾ, ਜਿਹੜਾ ਧਰਤੀ ਅੱਜ ਕੋਈ ਕਹਿੰਦਾ ਮੇਰੇ ਕੋਲ 100 ਕਿੱਲੇ 500 ਕਿੱਲੇ 5000 ਕਿੱਲੇ, ਗੁਰੂ ਸਾਹਿਬ ਕਹਿੰਦੇ ਪਰਮਾਤਮਾ ਦੀ ਤੇ ਸਾਰੀ ਧਰਤੀ ਹੈ, ਉਹ ਤੇ ਇੰਨਾ ਵੱਡਾ ਭੂਮੀ ਦਾ ਮਾਲਕ ਹੈ। ਉਹ ਰਾਜਾ ਜਿਸ ਘਰ ਹਿਰਦੇ ਵਿੱਚ ਆ ਕੇ ਟਿਕ ਜਾਂਦਾ ਹੈ, ਉਸ ਘਰ ਹਿਰਦੇ ਵਿੱਚ ਸਾਰੇ ਸ਼ੁਭ ਗੁਣ, ਉਸ ਘਰ ਹਿਰਦੇ ਵਿੱਚ ਰੌਣਕਾਂ, ਸਦ ਖੁਸ਼ੀਆਂ, ਸਦ ਚਾਓ ਉਸ ਘਰ ਹਿਰਦੇ ਵਿੱਚ ਬਣ ਜਾਂਦੇ ਨੇ। ਤੇ ਘਰ ਹਿਰਦੇ ਦੀ ਗੱਲ ਹੀ ਸਤਿਗੁਰਾਂ ਨੇ ਕੀਤੀ ਹੈ, ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨੇਹ ਕਾਮ। ਜਿਸ ਜਗਿਆਸੂ ਦੇ ਹਿਰਦੇ ਵਿੱਚ
ਅੰਮ੍ਰਿਤ ਰੂਪੀ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ। ਪਰਮਾਤਮਾ ਦਾ ਨਾਮ ਕੀ ਕਰਦਾ ਹੈ? ਉਹਨੂੰ ਨਿਸ਼ਕਾਮ ਬਣਾ ਦਿੰਦਾ ਹੈ, ਕਾਮਨਾ ਰਹਿਤ ਬਣਾ ਦਿੰਦਾ ਹੈ। ਕਾਮਨਾ ਕੇਵਲ ਇੱਕੋ ਹੀ ਅੰਦਰ ਰਹਿ ਜਾਂਦੀ ਹੈ ਕਿ ਪਰਮਾਤਮਾ ਮੈਂ ਤੇਰੇ ਨਾਲ ਇੱਕਮਿਕਤਾ ਹਾਸਲ ਕਰਨੀ, ਹੋਰ ਮੈਨੂੰ ਕੁਝ ਨਹੀਂ ਚਾਹੀਦਾ, ਹੋਰ ਮੈਂ ਕੁਝ ਨਹੀਂ ਮੰਗਦਾ। ਸ਼ਬਦ ਦੀ ਆਰੰਭਤਾ ਵਿੱਚ ਸਤਿਗੁਰੂ ਸਮਝਾ ਰਹੇ, ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਸ਼ਬਦ ਦੇ ਜਦੋਂ ਦਰਸ਼ਨ ਕਰੀਏ ਨਾ ਪਤਾ ਲੱਗਦਾ ਹੈ, ਇੰਜ ਪ੍ਰਤੀਤ ਹੁੰਦਾ ਵੀ ਕਿਸੇ ਜਗਿਆਸੂ ਨੇ ਸਵਾਲ ਕੀਤੇ ਆ ਗੁਰੂ ਸਾਹਿਬ ਨੂੰ, ਔਰ ਇਹਨਾਂ ਸਵਾਲਾਂ ਦੇ ਅੱਗੇ ਗੁਰੂ ਸਾਹਿਬ ਫਿਰ ਉੱਤਰ ਵੀ ਆਪ ਹੀ ਦਿੰਦੇ ਆ, ਸਮਝਾ ਵੀ ਦਿੰਦੇ ਵੀ ਇਹ ਸਵਾਲ ਜਿਹੜੇ ਨੇ ਇਹਨਾਂ ਦਾ ਉੱਤਰ ਕੀ ਹੈ। ਤੇ ਸਵਾਲ ਕੀ ਹੈ? ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੇ ਕਹਿ ਜਾਏ ਸਮਾਵੈ। ਕਿ ਇਹ ਜਿਹੜਾ ਜੀਵ ਹੈ ਇਹ ਕਿੱਥੋਂ ਆਉਂਦਾ ਹੈ, ਇਹ ਜੀਵ ਕਿੱਥੋਂ ਪੈਦਾ ਹੋਇਆ ਹੈ, ਕਿੱਥੇ ਜਾ ਕੇ ਇਹ ਜੀਵ ਮਰਨ ਤੋਂ ਬਾਅਦ ਸਮਾ ਜਾਂਦਾ ਹੈ, ਇਹ ਸਵਾਲ ਹੈ। ਗੁਰੂ ਸਾਹਿਬ ਦੇ ਅੱਗੇ ਇੱਕ ਸਵਾਲ ਪਾਇਆ ਜਗਿਆਸੂ ਨੇ ਕਿ ਸਤਿਗੁਰੂ ਇਹ ਦੱਸੋ ਜੀਵ ਕਿੱਥੋਂ ਆਉਂਦਾ ਹੈ, ਕਿੱਥੋਂ ਪੈਦਾ ਹੋਇਆ, ਕਿੱਥੇ ਜਾ ਕੇ ਮੁੱਕ ਜਾਂਦਾ ਹੈ, ਕਿੱਥੇ ਇਹਦਾ ਐਂਡ ਹੈ? ਬਾਰ-ਬਾਰ ਜਨਮ ਲੈ ਰਿਹਾ, ਬਾਰ-ਬਾਰ ਮੌਤ ਹੋ ਰਹੀ ਹੈ, ਅੰਤ ਕਿੱਥੇ, ਸਮਾਉਣਾ ਕਿੱਥੇ ਇਹਨੇ? ਹੁਣ ਇੱਕ ਵਾਰ ਕਿਸੇ ਮਹਾਂਪੁਰਸ਼ ਨੂੰ ਜਗਿਆਸੂਆਂ ਨੇ ਸਵਾਲ ਕੀਤਾ ਵੀ ਮਹਾਂਪੁਰਸ਼ੋ ਇਹ ਦੱਸੋ ਵੀ ਬੰਦਾ ਆਉਂਦਾ ਕਿੱਥੋਂ ਹੈ ਤੇ ਜਾਂਦਾ ਕਿੱਥੋਂ ਹੈ? ਤੇ ਮਹਾਤਮਾ ਬੜਾ ਸੱਚਾ ਸੀ, ਕਹਿਣ ਲੱਗਾ ਭਲਿਓ ਇਹ ਤੇ ਮੈਨੂੰ ਵੀ ਨਹੀਂ ਪਤਾ ਕਿ ਬੰਦਾ ਆਉਂਦਾ ਕਿੱਥੋਂ ਹੈ ਤੇ ਜਾਂਦਾ ਕਿੱਥੇ ਹੈ, ਪਰ ਕਹਿੰਦੇ ਇੱਕ ਗੱਲ ਮੈਨੂੰ ਪਤਾ ਹੈ ਜਿਹੜੀ ਤੁਹਾਡੇ ਬੜੀ ਕੰਮ ਆਏਗੀ। ਕਹਿਣ ਲੱਗੇ ਦੱਸੋ ਜੀ? ਕਹਿੰਦਾ ਮੈਨੂੰ ਇਹ ਪਤਾ ਹੈ ਕਿ ਬੰਦਾ ਰੋਂਦਾ ਹੀ ਆਉਂਦਾ ਤੇ ਰੋਂਦਾ ਹੀ ਚਲਾ ਜਾਂਦਾ ਹੈ, ਰੋਂਦਾ ਹੀ ਆਉਂਦਾ ਹੈ ਤੇ ਰੋਂਦਾ ਰੋਂਦਾ ਹੀ ਵਾਪਸ ਚਲਾ ਜਾਂਦਾ ਹੈ, ਇਹ ਮੈਨੂੰ ਪਤਾ ਹੈ। ਤੇ ਮਹਾਤਮਾ ਬੜਾ ਸੱਚਾ ਸੀ, ਉਹਨੇ ਸੱਚ ਬੋਲਿਆ। ਕਹਿੰਦਾ ਆਉਣ ਜਾਣ ਦਾ ਤੇ ਮੈਨੂੰ ਵੀ ਨਹੀਂ ਪਤਾ, ਕਿਉਂਕਿ ਮੈਂ ਹਾਲੇ ਤੱਕ ਉੱਥੋਂ ਤੱਕ ਨਹੀਂ ਪਹੁੰਚਿਆ। ਜੇ ਕੋਈ ਪਖੰਡੀ ਹੁੰਦਾ ਤੇ ਕਿਤੇ ਨਾ ਕਿਤੇ ਘੁਮਾ ਕੇ ਬੰਦੇ ਨੂੰ ਕਿਤੇ ਨਾ ਕਿਤੇ ਟਿਕਾ ਦਿੰਦਾ। ਤੇ ਮਹਾਤਮਾ ਨੇ ਇੱਕ ਗੱਲ ਨਾਲ ਹੀ ਵੀ ਕਹੀ ਵੀ ਜੇ ਸੰਸਾਰ ਵਿੱਚ ਆਏ ਹੋ ਨਾ, ਇੱਕ ਸਰਾਂ ਹੈ, ਸਰਾਂ ਦੀ ਤਰ੍ਹਾਂ ਹੈ। ਜੇ ਇਸ ਸਰਾਂ ਦੇ ਵਿੱਚ ਆਏ ਹੋ ਤੇ ਜਾਣ ਲੱਗਿਆਂ ਗੰਦ ਪਾ ਕੇ ਨਾ ਜਾਇਓ। 4 ਦਿਨ ਦੀ ਜ਼ਿੰਦਗੀ ਹੈ, ਇੱਕ ਸਰਾਂ ਦੀ ਤਰ੍ਹਾਂ ਮਨੁੱਖਾ ਜੀਵਨ ਹੈ। ਇੱਥੇ ਆਏ ਹੋ, ਜਾਣ ਲੱਗਿਆਂ ਕੋਈ ਭਲੇ ਦਾ ਕੰਮ ਕਰਕੇ ਜਾਇਓ। ਸਰਾਂ ਦੇ ਕਮਰੇ ਦੀ ਬੈੱਡ ਸ਼ੀਟ ਝਾੜ ਕੇ ਜਾਇਓ, ਕਮਰੇ ਦੀ ਸਫਾਈ ਕਰਕੇ ਜਾਇਓ, ਬਾਥਰੂਮ ਸਾਫ਼ ਸੁਥਰਾ ਛੱਡ ਕੇ ਜਾਇਓ, ਕਿਉਂਕਿ ਜਿਹੜਾ ਦੂਸਰਾ ਯਾਤਰੀ ਆਉਣਾ ਉਹਦੇ ਵਾਸਤੇ ਸਾਫ਼ ਸੁਥਰੀ ਜਗ੍ਹਾ ਮਿਲ ਸਕੇ। ਤੇ ਜੇ ਜ਼ਹਿਰ ਘੋਲ ਕੇ ਅਸੀਂ ਸੰਸਾਰ ਵਿੱਚ ਗਏ ਤੇ ਅੱਜ ਜਿਵੇਂ ਜ਼ਹਿਰ ਘੋਲਿਆ ਜਾ ਰਿਹਾ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹਨਾਂ ਨੂੰ ਜੀਣਾ ਮੁਸ਼ਕਲ ਹੋ ਜਾਣਾ ਹੈ। ਅੱਜ ਇਤਨਾ ਜ਼ਿਆਦਾ ਜ਼ਹਿਰ ਮਨੁੱਖਤਾ ਨੇ ਘੋਲ ਦਿੱਤਾ ਹੈ, ਆਉਣ ਵਾਲੀਆਂ ਨਸਲਾਂ ਨੂੰ ਜੀਣਾ ਮੁਸ਼ਕਲ ਹੋ ਜਾਏਗਾ। ਆਏ ਆ ਤੇ ਕੁਝ ਨਾ ਕੁਝ ਐਸਾ ਕਰਕੇ ਜਾਈਏ ਕਿ ਸੰਸਾਰ, ਆਉਣ ਵਾਲਾ ਸੰਸਾਰ ਜਿਹੜਾ ਉਹ ਸਾਡੇ ਜੀਵਨ ਤੋਂ ਸੇਧ ਲੈ ਸਕੇ। ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਕਿੱਥੋਂ ਸੰਸਾਰ ਦੇ ਜੀਵ ਆਏ ਨੇ, ਕਿੱਥੇ ਜਾ ਕੇ ਇਹ ਸਮਾ ਜਾਂਦੇ ਨੇ, ਇਹ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ। ਹੁਣ ਜੀਵ ਦਾ ਜਨਮ ਹੋਇਆ, ਬੱਚਾ ਰੋਂਦਾ ਹੈ, ਉਹ ਚੀਕਾਂ ਮਾਰਦਾ ਹੈ ਤੇ ਘਰ ਵਾਲੇ ਬੜੇ ਖੁਸ਼ ਹੁੰਦੇ ਆ। ਤੇ ਭਾਈ ਗੁਰਦਾਸ ਜੀ ਕਹਿੰਦੇ ਉਹ ਤੇ ਰਤਨ ਗਵਾ ਕੇ ਆਇਆ, ਰੋਵੈ ਰਤਨ ਗਵਾਏ ਕਾ। ਉਹ ਤੇ ਆਪਣੇ ਰਤਨ ਰੂਪੀ ਨਾਮ ਨੂੰ ਗਵਾ ਕੇ ਰੋ ਰਿਹਾ। ਘਰ ਵਾਲੇ ਖੁਸ਼ ਹੋ ਰਹੇ, ਥਾਲੀਆਂ ਵਜਾ ਰਹੇ, ਢੋਲ ਵਜਾ ਰਹੇ ਵੀ ਸਾਡੇ ਘਰ ਕਾਕਾ ਆਇਆ। ਤੇ ਕਾਕੇ ਨੂੰ ਪੁੱਛ ਕੇ ਵੇਖੋ, ਉਹ ਤੇ ਚੀਕਾਂ ਮਾਰਦੇ, ਉਹਦੀਆਂ ਤੇ ਚੀਕਾਂ ਨਿਕਲ ਗਈਆਂ, ਕਿਉਂਕਿ ਜਦੋਂ ਲਿਵ ਜੁੜੀ ਹੋਈ ਸੀ, ਲਿਵ ਟੁੱਟੀ ਹੈ। ਤੇ ਬਾਲਕ ਜਦੋਂ ਬਾਹਰ ਉਹਨੇ ਜਨਮ ਲਿਆ ਹੈ, ਸੰਸਾਰ ਵੇਖਿਆ, ਅੱਖਾਂ ਖੁੱਲਦਿਆਂ ਸਾਰ ਲਿਵ ਟੁੱਟ ਗਈ, ਉਹਦੀਆਂ ਚੀਕਾਂ ਨਿਕਲ ਗਈਆਂ ਵੀ ਪਰਮਾਤਮਾ ਮੇਰੇ ਨਾਲ ਕੀ ਕਰ ਦਿੱਤਾ ਈ, ਮੇਰੇ ਨਾਲੇ ਕੀ ਭਾਣਾ ਵਰਤ ਗਿਆ। ਮੈਂ ਤੇ ਬੜੇ ਆਨੰਦ ਵਿੱਚ ਸੀ, ਮੈਂ ਤੇ ਬੜੇ ਸੁੱਖ ਵਿੱਚ ਜੀ ਰਿਹਾ ਸੀ, ਆਹ ਮੇਰੇ ਨਾਲ ਕੀ ਭਾਣਾ ਵਰਤ ਗਿਆ। ਮੈਂ ਤੇ ਟੁੱਟ ਗਿਆ ਤੇਰੇ ਨਾਲੋਂ, ਮੈਂ ਦੁਬਾਰਾ ਕਿਵੇਂ ਜੁੜਾਂਗਾ। ਹੁਣ ਘਰ ਵਾਲੇ ਤੇ ਖੁਸ਼ ਹੋ ਰਹੇ ਆ, ਘਰ ਵਾਲੇ ਤੇ ਬੜੇ ਖੁਸ਼ ਹੋ ਰਹੇ ਵੀ ਕਾਕੇ ਦਾ ਜਨਮ ਹੋ ਗਿਆ ਹੈ, ਉਹ ਖੁਸ਼ੀਆਂ ਮਨਾ ਰਹੇ, ਹੱਸ ਖੇਡ ਰਹੇ ਆ। ਤੇ ਕਾਕੇ ਦਾ ਕਿਸੇ ਨੇ ਪੁੱਛਿਆ ਨਹੀਂ ਹਾਲ ਵੀ ਕਾਕਾ ਕਿਉਂ ਰੋ ਰਿਹਾ। ਕਿੱਥੋਂ ਆਇਆ ਹੈ ਜੀਵ,
ਕਿੱਥੇ ਜਾ ਕੇ ਇਹਦਾ ਅੰਤ ਹੈ? ਕਿਉਂ ਬਾਂਧੇ ਹੋ, ਕਿਉਂ ਮੁਕਤੀ ਪਾਵੈ? ਕਿਸ ਕਰਕੇ ਇਹ ਮਾਇਆ ਮੋਹ ਦੇ ਬੰਧਨਾਂ ਵਿੱਚ ਵੱਜ ਗਿਆ? ਇਹ ਵੀ ਇੱਕ ਸਵਾਲ ਹੈ। ਤੇ ਇਹ ਕਿਸ ਤਰ੍ਹਾਂ ਮਾਇਆ ਦੇ ਬੰਧਨਾਂ ਤੋਂ, ਜਨਮ ਮਰਨ ਦੇ ਬੰਧਨਾਂ ਤੋਂ ਇਹਨੂੰ ਕਿਵੇਂ ਮੁਕਤੀ ਮਿਲੇਗੀ? ਇਹ ਵੀ ਇੱਕ ਸਵਾਲ ਹੈ। ਗੁਰੂ ਸਾਹਿਬ ਇਹ ਸਵਾਲ ਪਹਿਲਾਂ ਦੱਸਦੇ ਨੇ, ਫਿਰ ਅੱਗੇ ਇਹਨਾਂ ਦਾ ਜਵਾਬ ਵੀ ਸਤਿਗੁਰੂ ਦੇਣਗੇ। ਕਿਉਂ ਅਬਨਾਸ਼ੀ ਸਹਿਜ ਸਮਾਵੈ? ਅਬਨਾਸ਼ੀ ਹੈ ਬਈ ਜਿਹੜਾ ਕਦੀ ਨਾਸ਼ ਨਹੀਂ ਹੁੰਦਾ। ਕਈ ਬੰਦੇ ਆਪਣਾ ਨਾਮ ਅਬਨਾਸ਼ੀ ਰੱਖ ਲੈਂਦੇ ਆ। ਨਾਸ਼ ਹੋਣ ਵਾਲੇ ਬੰਦੇ ਦਾ ਨਾਮ ਅਬਨਾਸ਼ੀ ਨਹੀਂ ਹੋ ਸਕਦਾ। ਅਬਨਾਸ਼ੀ ਕੇਵਲ ਤੇ ਕੇਵਲ ਪਰਮਾਤਮਾ ਹੈ, ਜਿਹੜਾ ਕਦੀ ਨਾਸ਼ ਨਹੀਂ ਹੁੰਦਾ। ਕਿਉਂ ਅਬਨਾਸ਼ੀ ਸਹਿਜ ਸਮਾਵੇ? ਕਿਵੇਂ ਸਦੀਵੀ ਰੱਬ ਦੇ ਵਿੱਚ ਇਹ ਇੱਕਮਿਕ ਹੋਏਗਾ? ਇਹ ਵੀ ਇੱਕ ਸਵਾਲ ਹੈ। ਗੁਰੂ ਸਾਹਿਬ ਨੇ ਪਹਿਲਾਂ ਇਹ ਸਵਾਲ ਦੱਸੇ ਨੇ ਤੇ ਅਗਲੀਆਂ ਤੁਕਾਂ ਦੇ ਵਿੱਚ ਸਤਿਗੁਰੂ ਫਿਰ ਇਹਦਾ ਜਵਾਬ ਵੀ ਸਾਨੂੰ ਸਮਝਾਉਂਦੇ ਨੇ। ਸਹਿਜੇ ਆਵੈ ਸਹਿਜੇ ਜਾਏ, ਮਨ ਤੇ ਉਪਜੈ ਮਨ ਮਾਹੇ ਸਮਾਵੈ। ਹੁਣ ਮਨੁੱਖ ਦੀਆਂ ਜਿਹੜੀਆਂ ਕਾਮਨਾਵਾਂ ਨੇ ਨਾ, ਇਹ ਹੀ ਮਨੁੱਖ ਨੂੰ ਵਾਪਸ ਲੈ ਕੇ ਆਉਂਦੀਆਂ ਨੇ ਬਾਰ-ਬਾਰ। ਤਰਲੋਚਨ ਭਗਤ ਜੀ ਦਾ ਆਪਾਂ ਸ਼ਬਦ ਪੜ੍ਹਦੇ ਆ ਨਾ, ਉਹਦੇ ਵਿੱਚ ਉਹਨਾਂ ਨੇ ਸਾਰਾ ਹੀ ਨਕਸ਼ਾ ਖਿੱਚ ਕੇ ਰੱਖ ਦਿੱਤਾ ਹੈ ਕਿ ਬੰਦਾ ਮਰਨ ਤੋਂ ਬਾਅਦ ਅਗਲੇ ਜਨਮ ਵਿੱਚ ਕਿਵੇਂ ਆਉਂਦਾ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੇ। ਪੂਰਾ ਨਕਸ਼ਾ ਬਣਾ ਦਿੱਤਾ ਹੈ। ਗੱਲ ਕੋਈ ਅਧੂਰੀ ਛੱਡੀ ਨਹੀਂ। ਇਹ ਕਾਮਨਾਵਾਂ ਬਾਰ-ਬਾਰ ਲੈ ਕੇ ਆਉਂਦੀਆਂ। ਗੁਰੂ ਸਾਹਿਬ ਕਹਿੰਦੇ ਇਸ ਕਰਕੇ ਕਾਮਨਾ ਵਸ ਹੋਇਆ ਮਨੁੱਖ ਜਿਹੜਾ ਹੈ ਉਹ ਬਾਰ-ਬਾਰ ਸੰਸਾਰ ਵਿੱਚ ਆ ਰਿਹਾ, ਬਾਰ-ਬਾਰ ਉਹਦਾ ਜਨਮ ਹੋ ਰਿਹਾ, ਬਾਰ-ਬਾਰ ਉਹਦੀ ਮੌਤ ਹੋ ਰਹੀ ਹੈ। ਮਨ ਤੇ ਉਪਜੇ ਮਨ ਮਾਹੇ ਸਮਾਵੇ। ਮਨ ਦੀਆਂ ਜੋ ਕਾਮਨਾਵਾਂ ਨੇ, ਮਨ ਦੀਆਂ ਜੋ ਇੱਛਾਵਾਂ ਨੇ, ਬੰਦਾ ਕਈ ਵਾਰ ਇੱਕ ਇੱਛਾ ਪੂਰੀ ਹੁੰਦੀ ਆ, 10 ਇੱਛਾਵਾਂ ਉਹ ਹੋਰ ਪੈਦਾ ਹੋ ਜਾਂਦੀਆਂ ਨੇ। 10 ਪੂਰੀਆਂ ਹੁੰਦੀਆਂ ਨੇ, 1000 ਹੋਰ ਪੈਦਾ ਹੋ ਜਾਂਦੀਆਂ ਨੇ। ਹੁਣ 1000 ਤੋਂ ਬਾਅਦ ਲੱਖਾਂ ਇੱਛਾਵਾਂ ਪੈਦਾ ਹੋ ਜਾਂਦੀਆਂ ਨੇ ਤੇ ਲੱਖਾਂ ਬੰਦਾ ਪੂਰੀਆਂ ਨਹੀਂ ਕਰ ਸਕਦਾ, ਕਿਉਂਕਿ ਜੀਵਨ ਉਹਦਾ ਐਡਾ ਲੰਮਾ ਨਹੀਂ ਹੈ। ਹੁਣ ਇੱਛਾਵਾਂ ਅੰਦਰ ਲੈ ਕੇ ਬੰਦਾ ਮਰ ਜਾਂਦਾ ਹੈ। ਉਹ ਜਿਹੜੀਆਂ ਇੱਛਾਵਾਂ ਨੇ, ਸਤਿਗੁਰ ਕਹਿੰਦੇ ਫਿਰ ਮਨੁੱਖ ਨੂੰ ਬਾਰ-ਬਾਰ ਜਨਮ ਦਿੰਦੀਆਂ ਨੇ ਤੇ ਬਾਰ-ਬਾਰ ਉਹਦੀ ਮੌਤ ਹੁੰਦੀ ਹੈ। ਗੁਰਮੁਖ ਮੁਕਤੋਂ ਬੰਧ ਨਾ ਪਾਏ। ਜਿਹੜਾ ਗੁਰੂ ਦੇ ਸਨਮੁਖ ਰਹਿ ਕੇ, ਜਿਹੜਾ ਗੁਰੂ ਦੇ ਹੁਕਮਾਂ ਵਿੱਚ ਚੱਲਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਸਦੀਵ ਮੁਕਤ ਹੋ ਜਾਂਦਾ ਹੈ। ਉਹ ਮਾਇਆ ਦੇ ਬੰਧਨਾਂ ਤੋਂ ਉਹਦਾ ਛੁਟਕਾਰਾ ਹੋ ਜਾਂਦਾ ਹੈ। ਛੁਟਕਾਰਾ ਕਿਵੇਂ ਹੈ? ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਬਚਨਾਂ ਨੂੰ ਸੁਣ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਸ਼ਬਦ ਵਿਚਾਰ ਛੁੱਟੈ ਹਰ ਨਾਏ। ਜਦੋਂ ਸ਼ਬਦ ਦੀ ਵਿਚਾਰ ਅੰਦਰ ਚੱਲੇਗੀ, ਜਦੋਂ ਨਾਮ ਅੰਦਰ ਟਿਕੇਗਾ, ਨਾਮ ਅੰਮ੍ਰਿਤ ਦੇ ਨਾਲ ਜਦੋਂ ਉਹਦਾ ਇਸ਼ਨਾਨ ਹੋਏਗਾ ਤੇ ਫਿਰ ਉਹ ਮਾਇਆ ਮੋਹ ਦੇ ਬੰਧਨਾਂ ਤੋਂ, ਜਨਮ ਮਰਨ ਦੇ ਬੰਧਨਾਂ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹਦਾ ਛੁਟਕਾਰਾ ਹੋ ਜਾਏਗਾ। ਤਰਵਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼। ਅੱਗੇ ਹੋਰ ਸਤਿਗੁਰੂ ਉਦਾਹਰਣ ਦਿੰਦੇ ਆ ਮਨੁੱਖਤਾ ਨੂੰ ਰੱਬ ਨਾਲ ਜੋੜਨ ਵਾਸਤੇ, ਗੁਰੂ ਨਾਲ, ਬਾਣੀ ਬਾਣੇ ਨਾਲ ਜੋੜਨ ਵਾਸਤੇ। ਜਗਤ ਗੁਰੂ ਨਾਨਕ ਪਾਤਸ਼ਾਹ ਜੀ ਹੋਰ ਉਦਾਹਰਣ ਖੁਲਾਸਾ ਕਰਦੇ ਨੇ। ਕਹਿੰਦੇ ਜਿਵੇਂ ਅਨੇਕਾਂ ਪੰਛੀ ਨੇ, ਉਹ ਰਾਤ ਨੂੰ ਆਪਣੇ ਆਲਣਿਆਂ ਵਿੱਚ ਆ ਜਾਂਦੇ। ਕਈਆਂ ਦੇ ਆਲਣੇ ਨਹੀਂ ਹੁੰਦੇ, ਉਹ ਦਰਖਤਾਂ ਦੇ ਉੱਤੇ ਉਦਾਂ ਹੀ ਆ ਕੇ ਬਹਿ ਜਾਂਦੇ ਨੇ। ਤਰਵਰ ਪੰਖੀ ਬਹੁ ਨਿਸਬਾਸ। ਬਹੁਤ ਸਾਰੇ ਪੰਛੀ ਮੈਂ ਦੇਖਿਆ, ਮੈਂ ਪਿੰਡਾਂ ਜਾਂਦਾ ਰਹਿਣਾ, ਇੱਧਰ ਐਮਪੀ ਵਿੱਚ ਮੇਰਾ ਪਿੰਡ ਹੈ, ਔਰ ਇੱਕ ਸਰਪੰਚ ਸਾਹਿਬ ਨੇ, ਕਰਮ ਸਿੰਘ, ਉਹਨਾਂ ਦੇ ਘਰ ਅਸੀਂ ਜਾ ਕੇ ਰੁਕਦੇ। ਉਹਨਾਂ ਦਾ ਬਾਗ ਹੈ, ਬਾਗ ਵਿੱਚ ਮੇਰੇ ਖਿਆਲ ਹਜ਼ਾਰਾਂ ਹੀ ਤੋਤੇ ਉਸ ਬਾਗ ਦੇ ਵਿੱਚ ਰਾਤ ਨੂੰ ਆਉਂਦੇ ਆ। ਸਵੇਰੇ ਤੜਕੇ 5-6 ਵਜੇ ਜਦੋਂ ਉਹ ਉਡਾਰੀ ਮਾਰਦੇ ਆ ਨਾ, ਤੇ ਇੱਕ ਨਜ਼ਾਰਾ ਹੀ ਉਹਨਾਂ ਦੇ ਉੱਡਣ ਦਾ ਵੱਖਰਾ ਹੀ ਹੁੰਦਾ ਹੈ। ਸਵੇਰੇ ਤੜਕੇ ਉਹ ਉਡਾਰੀ ਮਾਰਦੇ ਨੇ, ਰਾਤ ਕੇਵਲ ਰੁਕਦੇ ਨੇ, ਰਾਤ ਨੂੰ ਚੂੰ ਦੀ ਆਵਾਜ਼ ਵੀ ਨਹੀਂ ਕਰਦੇ। ਜੇ ਉਹਨਾਂ ਨੂੰ ਕੋਈ ਤਕਲੀਫ ਹੈ ਤਾਂ ਆਵਾਜ਼ ਕੱਢਣਗੇ, ਨਹੀਂ ਤੇ ਪੂਰੀ ਰਾਤ ਆਵਾਜ਼ ਵੀ ਨਹੀਂ ਕੱਢਦੇ। ਸਵੇਰੇ ਉਹ ਉੱਡਦੇ ਨੇ ਦਾਣਾ ਚੁਗਣ ਵਾਸਤੇ। ਗੁਰੂ ਸਾਹਿਬ ਕਹਿੰਦੇ ਪੰਛੀ ਜਿਹੜੇ ਨੇ ਉਹ ਤਰਵਰ ਪੰਖੀ ਬਹੁ ਨਿਸਬਾਸ, ਰਾਤ ਨੂੰ
ਪੰਛੀ ਜਿਹੜੇ ਨੇ ਉਹ ਦਰਖਤਾਂ ਦੇ ਉੱਤੇ ਆ ਕੇ ਬਹਿ ਜਾਂਦੇ ਨੇ, ਸੁਖ ਦੁਖੀਆ ਮਨ ਮੋਹ ਵਿਨਾਸ਼, ਤੇ ਸਵੇਰੇ ਉਡਾਰੀ ਮਾਰ ਜਾਂਦੇ। ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਸੁੱਖਾਂ ਦੁੱਖਾਂ ਦੇ ਵਿੱਚ ਘਿਰਿਆ ਹੋਇਆ ਹੈ, ਕਿਸੇ ਨੂੰ ਸੁੱਖ ਹੈ, ਕਿਸੇ ਨੂੰ ਦੁੱਖ ਹੈ, ਤੇ ਜਿਹੜਾ ਬੰਦਾ ਮੋਹ ਦੇ ਵਿੱਚ ਫਸ ਗਿਆ ਉਹਨੇ ਆਪਣਾ ਆਤਮਿਕ ਜੀਵਨ ਜਿਹੜਾ ਹੈ ਉਹਦਾ ਨਾਸ਼ ਕਰ ਲਿਆ। ਸਾਂਝ ਬਿਹਾਗ ਕਰੈ ਆਗਾਸ, ਦੈਂ ਦਿਸ਼ ਧਾਵੈ ਕਰਮ ਲਿਖਿਆਸ। ਸਾਂਝ ਕਹਿੰਦੇ ਸ਼ਾਮ ਨੂੰ, ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਜਿੰਨਾ ਵੀ ਪੰਛੀ ਹੈ ਨਾ, ਚਿੜੀਆਂ, ਕਾਂ, ਤੋਤਾ, ਜਿੰਨੇ ਵੀ ਪੰਛੀ ਨੇ, ਸ਼ਾਮ ਹੋਣ ਤੇ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਆਪਣੇ ਟਿਕਾਣਿਆਂ ਤੇ ਆ ਜਾਂਦੇ ਆ, ਆਪਣੇ ਆਪਣੇ ਟਿਕਾਣਿਆਂ ਤੇ ਵਾਪਸ ਆ ਜਾਂਦੇ ਆ। ਇਹ ਉਪਦੇਸ਼ ਬੰਦੇ ਵਾਸਤੇ ਵੀ ਹੈ ਕਿ ਬੰਦਿਆ, ਤੇਰੀ ਜ਼ਿੰਦਗੀ ਦੀ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਤੂੰ ਆਪਣੇ ਘਰ ਵਿੱਚ ਆ ਜਾ, ਤੂੰ ਆਪਣੇ ਘਰ ਨੂੰ ਸੰਭਾਲ ਲਾ। ਤੇਰਾ ਘਰ ਕੀ ਹੈ? ਗੁਰੂ ਦਾ ਘਰ। ਤੇਰਾ ਘਰ ਕੀ ਹੈ? ਰੱਬ ਦਾ ਘਰ। ਤੂੰ ਪੰਛੀਆਂ ਵਾਂਗੂ ਸਾਂਝ ਬਿਹਾਗ ਤੱਕੈ ਆਕਾਸ਼, ਤੇ ਜਿਸ ਵੇਲੇ ਸਵੇਰਾ ਹੁੰਦਾ ਫਿਰ ਆਕਾਸ਼ ਵੱਲ ਅੱਖਾਂ ਖੋਲ ਕੇ ਪੰਛੀ ਵੇਖਦੇ ਆ, ਤੇ ਸਾਰੇ ਇਕੱਠੇ ਦੇ ਇਕੱਠੇ, ਕੋਈ ਸੱਜੇ ਕੋਈ ਖੱਬੇ, ਕੋਈ ਉੱਤਰ ਕੋਈ ਦੱਖਣ, ਕੋਈ ਪੱਛਮ ਕੋਈ ਪੂਰਬ, 10 ਦਿਸ਼ਾਵਾਂ ਦੇ ਵਿੱਚ ਫਿਰ ਉਹ ਉਡਾਰੀਆਂ ਮਾਰਦੇ ਨੇ ਆਪਣਾ ਅਗਲੇ ਦਿਨ ਦਾ ਚੋਗਾ ਚੁਗਣ ਵਾਸਤੇ। ਗੁਰੂ ਸਾਹਿਬ ਕਹਿੰਦੇ ਐਸਾ ਹੀ ਇਹ ਮਨੁੱਖ ਤੇਰਾ ਜੀਵਨ ਹੈ। ਮਨੁੱਖ ਦੈਂ ਦਿਸ਼ ਧਾਵੈ, ਮਨੁੱਖ ਵੀ 10 ਦਿਸ਼ਾਵਾਂ ਵਿੱਚ ਭਟਕਦਾ ਫਿਰਦਾ ਰੋਜੀ ਰੋਟੀ ਵਾਸਤੇ। ਕਰਮ ਲਿਖਿਆਸ, ਤੇਰੇ ਕਰਮਾਂ ਵਿੱਚ ਐਸਾ ਕੁਝ ਲਿਖਿਆ ਹੋਇਆ ਹੈ। ਪਰ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਕਹਿੰਦੇ ਸਾਂਝ ਬਿਹਾਗ, ਤੇਰੇ ਜੀਵਨ ਦੀ ਸਾਂਝ ਸ਼ਾਮ ਪੈਣ ਤੋਂ ਪਹਿਲਾਂ ਪਹਿਲਾਂ, ਦਿਨ ਢਲਣ ਤੋਂ ਪਹਿਲਾਂ ਪਹਿਲਾਂ ਤੂੰ ਆਪਣੇ ਨਿਜ ਘਰ ਵਿੱਚ ਆ ਜਾ, ਆਪਣੇ ਅਸਲ ਘਰ ਵਿੱਚ ਆ ਜਾ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ। ਅਗਲੀ ਗੱਲ ਸਤਿਗੁਰਾਂ ਨੇ ਹੋਰ ਬੜੀ ਸਪਸ਼ਟ ਕੀਤੀ ਹੈ ਕਿ ਜਿਹੜੇ ਨਾਮ ਦੇ ਸੰਜੋਗੀ ਨੇ, ਜਿਹੜੇ ਨਾਮ ਨਾਲ ਜੁੜੇ ਹੋਏ ਨੇ, ਉਹ ਇਸ ਸੰਸਾਰ ਨੂੰ ਗੋਇਲ ਕਹਿੰਦੇ ਨੇ। ਉਹ ਥਾਂ ਉਹ ਚਾਰਾਗਾ, ਜਦੋਂ ਪਿੰਡ ਦੇ ਆਲੇ ਦੁਆਲੇ ਲਾਗੇ ਚਾਗੇ ਘਾਹ ਮੁੱਕ ਜਾਂਦਾ, ਚਾਰਾ ਮੁੱਕ ਜਾਂਦਾ, ਉਦੋਂ ਗਾਈਆਂ ਭੇਡਾਂ ਬੱਕਰੀਆਂ ਚਰਾਉਣ ਵਾਲੇ ਨਦੀਆਂ ਦੇ ਸਮੁੰਦਰਾਂ ਦੇ ਕਿਨਾਰਿਆਂ ਤੇ ਜਾ ਕੇ ਜਿੱਥੇ ਹਰਿਆਵਲ ਹੈ, ਕੁਝ ਸਮੇਂ ਵਾਸਤੇ ਉਹ ਉੱਥੇ ਗਾਵਾਂ ਮੱਝਾਂ ਨੂੰ ਚਰਾਉਂਦੇ ਆ, ਕੁਝ ਸਮੇਂ ਬਾਅਦ ਫਿਰ ਉਹ ਵਾਪਸ ਮੋੜ ਆਉਂਦੇ। ਉਹਨਾਂ ਨੂੰ ਪਤਾ ਵੀ ਸਾਡਾ ਇਹ ਪੱਕਾ ਟਿਕਾਣਾ ਨਹੀਂ ਹੈ, ਸਾਡਾ ਇਹ ਪੱਕਾ ਚਾਰਾਗਾਹ ਨਹੀਂ, ਪੱਕਾ ਚਾਰਾਗਾਹ ਸਾਡੇ ਪਿੰਡਾਂ ਦੇ ਲਾਗੇ ਹੀ ਹੈ। ਸਾਡਾ ਘਰ ਜਿਹੜਾ ਹੈ ਉਹ ਸਾਡਾ ਅਸਲੀ ਟਿਕਾਣਾ ਹੈ। ਤੇ ਸਾਡਾ ਘਰ ਕਿਹੜਾ ਹੈ? ਗੁਰੂ ਦਾ ਘਰ। ਸਾਡਾ ਘਰ ਕਿਹੜਾ ਹੈ? ਰੱਬ ਦਾ ਘਰ। ਆਹ ਘਰ ਸਾਡਾ ਨਹੀਂ ਹੈ। ਵੱਡੀਆਂ ਵੱਡੀਆਂ ਕੋਠੀਆਂ, ਕਾਰਾਂ, ਜ਼ਮੀਨ ਜਾਇਦਾਦਾਂ, ਇਹ ਸਾਡਾ ਘਰ ਨਹੀਂ ਹੈ। ਸਾਡਾ ਅਸਲ ਘਰ ਹੈ ਰੱਬ ਦਾ ਘਰ, ਗੁਰੂ ਦਾ ਘਰ, ਗੁਰੂਦੁਆਰਾ। ਗੁਰੂਦੁਆਰਾ ਸਾਡਾ ਅਸਲ ਘਰ ਹੈ। ਨਾਮ ਸੰਜੋਗੀ, ਜਿਹੜੇ ਨਾਮ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ, ਉਹ ਇਸ ਗੱਲ ਨੂੰ ਸਮਝ ਲੈਂਦੇ ਵੀ ਇਹ ਸੰਸਾਰ ਸਾਡਾ ਅਸਲ ਘਰ ਨਹੀਂ ਹੈ। ਉਹ ਇਹਨੂੰ ਅਸਲ ਟਿਕਾਣਾ ਮੰਨ ਕੇ ਇਹਦੇ ਉੱਤੇ ਕੋਈ ਦਾਵਾ ਨਹੀਂ ਠੋਕਦੇ। ਕਾਮ ਕ੍ਰੋਧ ਫੂਟੈ ਬਿਖ ਮਾਟ, ਜਿਹੜੇ ਇਸ ਗੱਲ ਨੂੰ ਸਮਝ ਜਾਂਦੇ ਆ, ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਦੇ ਨਾਲ ਜ਼ਹਿਰ ਦਾ ਭਰਿਆ ਹੋਇਆ ਘੜਾ ਜਿਹੜਾ ਹੈ ਉਹ ਫੁੱਟ ਜਾਂਦਾ ਹੈ। ਫੂਟੋ ਆਂਡਾ ਭਰਮ ਕਾ ਮਨੈ ਭਇਆ ਪ੍ਰਗਾਸ਼। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਜਿਵੇਂ ਆਂਡਾ ਟੁੱਟਦਾ ਉਹਦੇ ਵਿੱਚੋਂ ਬੱਚਾ ਨਿਕਲ ਆਉਂਦਾ, ਤੇ ਆਂਡੇ ਵਿੱਚੋਂ ਨਿਕਲਣ ਵਾਲੇ ਬੱਚੇ ਜਿਹੜੇ ਉਹਨਾਂ ਦੇ ਖੰਭ ਨਿਕਲਦੇ ਆ, ਤੇ ਉਹ ਉੱਡਦੇ ਨੇ, ਫਿਰ ਖੁੱਲੀਆਂ ਉਡਾਰੀਆਂ ਮਾਰਦੇ ਜਦੋਂ ਤੱਕ ਉਹ ਆਂਡੇ ਵਿੱਚ ਕੈਦ ਨੇ। ਇਸੇ ਤਰ੍ਹਾਂ ਮਨੁੱਖ ਜਿਹੜਾ ਉਹ ਕਾਮ ਕ੍ਰੋਧ ਰੂਪੀ ਆਂਡੇ ਵਿੱਚ ਕੈਦ ਹੈ। ਕਾਮ ਕ੍ਰੋਧ ਫੂਟੈ ਬਿਖ ਮਾਟ, ਜਦੋਂ ਗੁਰੂ ਦੀ ਕਿਰਪਾ ਹੋਈ ਹੈ, ਫੂਟੋ ਆਂਡਾ ਭਰਮ ਕਾ ਮਨੈ ਭਇਆ ਪ੍ਰਗਾਸ਼, ਫਿਰ ਉਹ ਖੁੱਲੀਆਂ ਉਡਾਰੀਆਂ ਮਾਰਦਾ ਹੈ। ਫਿਰ ਉਹ ਮਾਇਆ ਦੇ ਬੰਧਨਾਂ ਵਿੱਚ ਨਹੀਂ ਹੈ। ਸੰਸਾਰ ਦੇ ਬੰਧਨ ਉਹਨੂੰ ਜਕੜ ਨਹੀਂ ਸਕਦੇ, ਉਹਨੂੰ ਕੈਦ ਨਹੀਂ ਕਰ ਸਕਦੇ। ਗੁਰੂ ਨੇ ਉਹਦੇ ਉੱਤੇ ਕਿਰਪਾ ਕਰ ਦਿੱਤੀ, ਉਹਦੇ ਸਾਰੇ ਭਰਮ ਦੇ ਜਿਹੜੇ ਬੰਧਨ ਸੀ ਉਹ ਤੋੜ ਦਿੱਤੇ। ਬਿਨ ਵੱਖਰ ਸੂਨੋ ਘਰ ਹਾਟ, ਵੱਖਰ ਸੌਦਾ, ਤੇ ਸੌਦਾ ਸਾਡਾ ਕਿਹੜਾ ਹੈ? ਨਾਮ ਦਾ,
क्योंकि असी नाम दे वणजारे हां, असी झूठे वणज दे वपारी नहीं। गुरु साहब अज दे शब्द विच समझा रहे आ कि मनुख तू नाम दा वणजारा है। जे तेरे अंदर नाम दा सौदा नहीं है ते तेरा हाट जिहड़ा, तेरी हट्टी जिहड़ी वो खाली पई है। तेरी हट्टी विच सौदा नहीं है, फिर कोई ग्राहक भी नहीं उत्थे होना। गुरमुख खोले बजर कपाट, ते जदों गुरु दी किरपा हुंदी है ते फिर जिहड़े ये पक्के दरवाजे बंद पए आ ना, जिहड़े गुरु वाल सानू नहीं तुरन देंदे, गुरु साहब किरपा करके साडे पक्के दरवाजियां नू तोड़ देंदे ने, खोल देंदे आ साडे कपाट। साध मिलै पूरब संजोग। साध किसे भेख दा नाम नहीं, सतगुर कहंदे साध गुरु नू क्या है। गुरु मिलदा है पूरबले संजोगां दे करके। जदों पूरबले संजोग प्रगट हुंदे आ, गुरु ग्रंथ साहब दे लड़ आपां लग जाने आ, संगत दे लड़ लग जाने आ। साध मिलै पूरब संजोग, सच रहसे पूरे हर लोग। ते फिर अगली गल की हुंदी है, फिर उस परम पिता परमात्मा दी बख्शिश दे ओ पात्र बन जांदे ने। वो पूरन पुरख परमात्मा दे नाल एकमिकता उन्हां दी हासिल हो जाती है। मन तन दे लै सहज सुभाए, मन करके तन करके वो परमात्मा दे नाल जुड़ जाते ने, सहज अवस्था नूं प्राप्त हो जाते, टिकाओ वाली अवस्था उन्हां दी आ जाती है। नानक तिनकै लागों पाए। बड़ी वड्डी गल गुरु नानक पातशाह महाराज जी कह रहे आ कि जेड़े मनुख भाई रब नाल जुड़ जाते ने, गुरबाणी नाल जुड़ जाते आ, संगत नाल जुड़ के जिन्हां नूं इस गल दा इलम हो जाता है कि संसार झूठा है, रब सच्चा है, नाम सच्चा है, बाणी सच्ची है, परमात्मा सच्चा है, संसार दी पकड़ झूठी है, जिन्हां नूं इस गल दा इलम हो जाता है। गुरु नानक साहब कहंदे नानक तिनकै लागों पाए। मैं उन्हां दे पैरी लगदा, मैं उन्हां दे चरनां दी धूड़ लोचदा, उन्हां दे पैरां ते चरनां ते मैं मत्था टेकदा। कितनी वड्डी गल गुरु नानक साहब नाम जपण वालियां वास्ते कहंदे ने। इतनी सेवा प्रवान करनी, बेअंत भुलां दी खिमा बख्शदे होए निमरता सहित गुरु फतेह प्रवान करो जी। वाहिगुरु जी का खालसा, वाहिगुरु जी की फतेह। राम कली महला तीजा। आनंद एक ओंकार।